ਦੋਸਤੋ, ਕਲਮ ਦਾ ਸਫ਼ਰ ਅਧੀਨ ਅੱਜ ਜਿਸ ਮਹਾਨ ਸ਼ਖਸੀਅਤ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ, ਉਹਨਾਂ ਨੇ ਆਪਣੀ ਕਵਿਤਾ ਰਾਹੀਂ ਔਰ ਆਪਣੀ ਜ਼ਿੰਦਗੀ ਰਾਹੀਂ ਇੱਕ ਮਹਾਨ ਸੰਦੇਸ਼ ਦਿੱਤੇ ਨੇ। ਦਬੰਗਤਾ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੀਵਿਆ ਹੈ। ਸੋ ਮੇਰੀ ਮੁਰਾਦ ਹੈ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਪਾਲ ਕੌਰ ਜੀ ਨਾਲ। ਸੋ ਆਓ ਮਿਲੀਏ ਡਾਕਟਰ ਪਾਲ ਕੌਰ ਜੀ ਨੂੰ। ਪਾਲ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਜਿਵੇਂ ਤੁਸੀਂ ਆਪਣੀ ਕਵਿਤਾ ਖੱਬਲ ਦੇ ਵਿੱਚ ਲਿਖਿਆ ਹੈ ਕਿ ਸੁਣਿਆ ਏ ਕਿ ਜਦ ਮੈਂ ਜੰਮੀ ਸਾਂ ਤਾਂ ਮੈਨੂੰ ਵੇਖ ਕੇ ਕਿਸੇ ਨੇ ਮੂੰਹ ਫੇਰ ਲਿਆ ਸੀ ਤੇ ਕਿਸੇ ਨੇ ਪਿੱਠ ਕਰ ਲਈ ਸੀ। ਤੇ ਜਿਵੇਂ ਕਹਿੰਦੇ ਨੇ ਕਿ ਬੱਚਾ 21 ਦਿਨਾਂ ਵਿੱਚ ਪਿਓ ਦੀ ਪੱਗ ਪਛਾਣ ਲੈਂਦਾ ਹੈ, ਮੈਂ ਪਿੱਠ ਪਛਾਣ ਲਈ ਸੀ। ਸੋ ਜੇ ਇਹ ਸ਼ਬਦ ਤੁਸੀਂ ਨਾ ਲਿਖੇ ਹੁੰਦੇ ਤਾਂ ਮੈਂ ਕਹਿੰਦਾ ਕਿ ਤੁਸੀਂ ਆਪਣੇ ਬਚਪਨ ਬਾਰੇ ਸਾਨੂੰ ਦੱਸੋ। ਪਰ ਮੈਨੂੰ ਲੱਗਦਾ ਕਿ ਤੁਹਾਡੀ ਹੋਂਦ ਜਾਣ ਹੋਂਦ ਜਿਹੜੀ ਹੈ ਤੁਹਾਡੇ ਬਚਪਨ ਤੋਂ ਵੀ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ। ਸੋ ਮੈਂ ਹੁਣ ਕਹਾਂਗਾ ਕਿ ਆਪਣੇ ਬਚਪਨ ਤੋਂ ਵੀ ਪਹਿਲਾਂ ਦੀ ਜਿਹੜੀ ਹੈਗੀ ਗੱਲ ਉਸ ਤੋਂ ਸ਼ੁਰੂ ਕਰੋ। ਅਸਲ 'ਚ ਸਾਡਾ ਸਮਾਜ ਹੈ ਜੋ ਉਹਦੇ ਵਿੱਚ ਕੁੜੀ ਨੂੰ ਬਹੁਤਾ ਜੀ ਆਇਆਂ ਨਹੀਂ ਕਿਹਾ ਜਾਂਦਾ ਜੀ। ਭਾਵੇਂ ਹੁਣ ਸਮੇਂ ਨਾਲ ਥੋੜ੍ਹਾ ਫਰਕ ਪੈ ਗਿਆ, ਪਰ ਜਿਹੜੇ ਸਾਡੇ ਸਮੇਂ ਸੀ ਅੱਜ ਤੋਂ 50-60 ਸਾਲ ਪਹਿਲਾਂ ਜੀ, ਉਹਨਾਂ ਸਮਿਆਂ 'ਚ ਅਲਟਰਾਸਾਊਂਡ ਨਹੀਂ ਸੀ ਆਏ ਹਾਲੇ, ਤੇ ਉਸ ਵੇਲੇ ਇਹ ਇੱਕ ਰਾਜ਼ ਹੀ ਹੁੰਦਾ ਸੀ ਵੀ ਕੁੜੀ ਹੋਏਗੀ ਕਿ ਮੁੰਡਾ ਹੋਏਗਾ ਜੀ। ਸੋ ਜਦੋਂ ਪਤਾ ਲੱਗਦਾ ਸੀ ਵੀ ਕੁੜੀ ਹੋਈ ਹੈ, ਉਹ ਮੈਂ ਇੱਕ ਥਾਂ 'ਤੇ ਲਿਖਿਆ ਸੀ ਕਿ ਵੀ ਅੰਮ੍ਰਿਤਾ ਜੀ ਨੇ ਵੀ ਲਿਖਿਆ ਕਿ ਵੀ ਔਰਤ ਜਿਹੜੀ ਹੈ ਉਹ ਜੇ ਮੁੰਡਾ ਜੰਮੇ ਤੇ ਇੱਕ ਚੀਕ ਮਾਰਦੀ ਹੈ ਤੇ ਜੇ ਕੁੜੀ ਜੰਮੇ ਤੇ 2 ਚੀਕਾਂ ਮਾਰਦੀ ਹੈ, ਕਿਉਂਕਿ ਇੱਕ ਚੀਕ ਉਹਦੀ ਦਰਦ ਦੀ ਚੀਕ ਹੁੰਦੀ ਹੈ ਵੀ ਕੁੜੀ ਜੰਮੀ ਹੈ ਜੀ। ਕਿਉਂਕਿ ਸਮਾਜ ਕੁੜੀ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ। ਸਾਡੇ ਪਰਿਵਾਰ 'ਚ ਇਹ ਸੀ ਕਿ ਮੇਰੀਆਂ 5 ਭੈਣਾਂ ਸੀਗੀਆਂ, ਫਿਰ ਉਹਨਾਂ ਤੋਂ ਬਾਅਦ 2 ਭਰਾ ਹੋਏ, ਤੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਅੱਗੇ ਉਹਨਾਂ ਨੂੰ ਲੱਗਦਾ ਸੀ ਵੀ ਹੁਣ ਸਾਨੂੰ ਲੋੜ ਨਹੀਂ ਹੈ ਜੀ। ਤਾਂ ਜਿਸ ਵੇਲੇ ਫਿਰ ਮੈਂ ਹੋਣ ਵਾਲੀ ਸੀ ਉਸ ਵੇਲੇ ਮੇਰੇ ਪਿਤਾ ਜੀ ਕਹਿੰਦੇ ਵੀ ਨਹੀਂ, ਹੋਰ ਨਹੀਂ ਸਾਨੂੰ, ਵੀ ਜੇ ਫਿਰ ਕੁੜੀ ਜੰਮ ਪਈ ਤਾਂ ਉਹ ਫਿਰ ਉਸ ਵੇਲੇ ਮੇਰੇ ਮਾਂ ਨੇ ਕੁੜੀਆਂ ਵੀ ਲੈ ਕੇ ਖਾਧੀਆਂ ਜੀ। ਜੇ ਉਸ ਵੇਲੇ ਅਲਟਰਾਸਾਊਂਡ ਹੁੰਦਾ ਤੇ ਫਿਰ ਕੋਈ ਸਮੱਸਿਆ ਨਹੀਂ ਸੀ, ਪਰ ਉਹਨਾਂ ਨੇ ਕੰਮ ਨਹੀਂ ਕੀਤਾ ਤੇ ਮੇਰਾ ਜਨਮ ਹੋਇਆ। ਤੇ ਇਹ ਨਜ਼ਮ ਜਿਹੜੀ ਹੈ ਵਾਕਈ ਇਹ ਹਰ ਕੁੜੀ ਦੀ ਹੋਂਦ ਦੀ ਹੈ, ਸਾਡੇ ਵੇਲਿਆਂ ਦੀ ਹਰ ਕੁੜੀ ਦੀ ਹੋਂਦ ਦੀ ਹੈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿਹੜਾ ਰੇਸ਼ੀਓ ਹੈ ਕੁੜੀ ਤੇ ਮੁੰਡੇ ਦਾ ਉਹ ਸਾਰੇ ਸਟੇਟਸ ਦੇ ਵਿੱਚ ਬਹੁਤ ਘੱਟ ਹੈ। ਤਾਂ ਇਸ ਕਰਕੇ ਇਹ ਜਿਹੜੀ ਕਵਿਤਾ ਹੈ ਸਾਡੀ ਕੁੜੀਆਂ ਦੀ ਹੋਂਦ ਦੀ ਕਵਿਤਾ ਹੈ। ਤੇ ਇਹ ਕਵਿਤਾ ਮੈਂ ਜਿਹੜਾ ਸਾਰਾ ਕੁਝ ਇਸ ਕਵਿਤਾ 'ਚ ਲਿਖਿਆ ਹੈ, ਇਹ ਮੈਂ ਕੋਈ 5ਵੀਂ-6ਵੀਂ 'ਚ ਪੜ੍ਹਦੀ ਸੀ ਤੇ ਮੈਂ ਇਸ ਨੂੰ ਓਵਰ ਹੀਅਰ ਕੀਤਾ ਵੀ ਮੇਰੀ ਮਾਂ ਗੱਲ ਕਰ ਰਹੀ ਸੀ ਕਿਸੇ ਨਾਲ ਤੇ ਮੈਂ ਉਹਨੂੰ ਸੁਣਿਆ। ਇਹ ਬਹੁਤ ਮੇਰੇ ਅੰਦਰ ਮੈਨੂੰ ਖਾਂਦਾ ਰਿਹਾ ਇਹ। ਤੇ ਜਦੋਂ ਮੈਂ ਕਵਿਤਾ ਲਿਖਣ ਜੋਗੀ ਹੋਈ ਤੇ ਉਦੋਂ ਇਹ ਮੈਂ ਕਵਿਤਾ ਲਿਖੀ ਤੇ ਮੈਨੂੰ ਲੱਗਦਾ ਹੈ ਕਿ ਇਹ ਮੇਰੀ ਕਵਿਤਾ ਇੱਕ ਬੜੀ ਮੈਨੂੰ ਪ੍ਰਤੀਨਿਧ ਕਵਿਤਾ ਹੈ ਮੇਰੀ, ਜੋ ਮੇਰੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਔਰ ਬਹੁਤ ਸਾਰੀ ਕੁੜੀਆਂ ਦੀ ਜ਼ਿੰਦਗੀ ਨਾਲ ਜੁੜੀ ਹੋਈ ਹੈ। ਪਾਲ ਕੌਰ ਜੀ, ਜਿਸ ਤਰ੍ਹਾਂ ਇਹ ਕਵਿਤਾ ਤੋਂ ਅਸੀਂ ਦੇਖਦੇ ਹਾਂ ਕਿ ਤੁਹਾਡੀ ਜਿਹੜੀ ਹੋਂਦ ਨੂੰ ਅਸਵੀਕਾਰ ਕਰ ਦਿੱਤਾ ਗਿਆ ਤੁਹਾਡੇ ਪਿਤਾ ਵੱਲੋਂ, ਤੁਹਾਡੇ ਜਨਮ ਲੈਣ ਤੋਂ ਬਾਅਦ ਜਾਂ ਬਚਪਨ ਤੱਕ ਕਿੰਨਾ ਨੇ ਤੁਹਾਨੂੰ ਅਸਵੀਕਾਰ ਕੀਤਾ? ਕਿਸੇ ਨੇ ਸਵੀਕਾਰ ਵੀ ਕੀਤਾ? ਸਵੀਕਾਰ ਤਾਂ ਇਸ ਤਰ੍ਹਾਂ ਵੀ ਜਦੋਂ ਹੁਣ ਫਿਰ ਬੱਚਾ ਹੋ ਗਿਆ ਘਰ 'ਚ ਤੇ ਪੜ੍ਹ ਰਿਹਾ ਨਾਲ ਬਾਕੀਆਂ ਦੇ, ਉਹ ਮੈਂ ਲਿਖਿਆ ਹੀ ਹੈ ਕਿ ਵੀ ਬਾਕੀ 2 ਪੌਦੇ ਸੀ ਜਿਹੜੇ ਉਹਨਾਂ ਦੇ ਨਾਲ ਮੈਂ ਵੀ ਪਲਦੀ ਰਹੀ। ਲੇਕਿਨ ਉਹ ਜਿਹੜੇ ਵਖਰੇਵੇਂ ਹੁੰਦੇ ਨੇ ਇੱਕ ਵਿਤਕਰੇ ਵੀ ਇਹ ਕੁੜੀ ਹੈ ਤੇ ਇਹ ਮੁੰਡਾ ਹੈ, ਮੁੰਡੇ ਲਈ ਇਹ ਕਰਨਾ ਤੇ ਕੁੜੀ ਲਈ ਇਹ ਨਹੀਂ ਕਰਨਾ, ਕੁੜੀ ਤੇ ਇਹ ਮਨਾਈ ਹੈ ਮੁੰਡੇ ਲਈ ਨਹੀਂ ਹੈ। ਇਹ ਸਾਰੇ ਵਿਤਕਰੇ ਜਿਹੜੇ ਨੇ ਉਹ ਸਾਡੇ ਸਮਾਜ 'ਚ ਸੀਗੇ ਹੀ ਉਸ ਵੇਲੇ,
ਔਰ ਉਹ ਵੀ ਜਿਹੜੇ ਨੇ ਮੈਨੂੰ ਸਹਿਣ ਕਰਨੇ ਪਏ। ਲੇਕਿਨ ਬਹੁਤ ਛੋਟੀ ਉਮਰ ਤੋਂ ਹੀ ਮੈਨੂੰ ਆਪਣੇ ਮਤਲਬ ਵੈਸੇ ਮਾਂ ਦੇ ਪਿਆਰ ਸੀ ਮੇਰੇ ਨਾਲ, ਪਰ ਉਹਦੇ ਉੱਤੇ ਵੀ ਇਸ ਸਮਾਜ ਦੇ ਇਸ ਢਾਂਚੇ ਦਾ ਜਿਹੜਾ ਉਹ ਅਸਰ ਸੀ। ਤੇ ਜ਼ਿਆਦਾ ਸਵੀਕਾਰ ਪਿਤਾ ਵੱਲੋਂ ਹੀ ਸੀ। ਉਹ ਤਾਂ ਕਈ ਸਾਲ ਨਹੀਂ ਬੋਲੇ ਮੇਰੇ ਨਾਲ। ਅੱਛਾ ਜੀ। ਹਾਂ, ਤਾਂ ਬਾਕੀ ਮੇਰੇ ਜਿਹੜੇ ਵੱਡੇ ਭਰਾ ਸੀਗੇ ਉਹਨਾਂ ਦੀ ਮੈਨੂੰ ਬੜੀ ਸਪੋਰਟ ਰਹੀ ਜੀ। ਨਹੀਂ ਤੇ ਮੈਂ ਪੜ੍ਹ ਵੀ ਨਹੀਂ ਸੀ ਸਕਦੀ। ਸਾਡੇ ਘਰ 'ਚ ਤੇ ਪੜ੍ਹਾਉਂਦੇ ਵੀ ਨਹੀਂ ਸੀ ਕੁੜੀਆਂ ਨੂੰ ਜੀ ਉਸ ਵੇਲੇ। ਤੇ ਫਿਰ ਮੇਰੀ ਪੜ੍ਹਾਈ ਦੇ ਵਿੱਚ ਵੀ ਮੇਰੀ ਮਦਦ ਹੈਗੀ ਉਹ ਮੇਰੇ ਭਰਾ ਨੇ ਹਮੇਸ਼ਾ ਕੀਤੀ ਜੀ ਕਿ ਵੀ ਇਹਨੂੰ ਪੜ੍ਹਾਉਣਾ ਹੈਗਾ। ਮਤਲਬ ਭਰਾ ਵੱਲੋਂ ਪੂਰੀ ਸਪੋਰਟ ਦਿੱਤੀ? ਹਾਂ, ਭਰਾ ਵੱਲੋਂ ਸਪੋਰਟ ਸੀਗੀ ਪੂਰੀ। ਹਾਂਜੀ। ਸੋ ਉਸ ਤੋਂ ਬਾਅਦ ਲਿਖਣ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ, ਹਾਂਜੀ, ਤਾਂ ਇਸ ਕਿੱਥੋਂ ਪ੍ਰੇਰਨਾ ਮਿਲੀ ਹੈ, ਇਸ ਬਾਰੇ ਸਾਨੂੰ ਦੱਸੋ। ਹਾਂ, ਵੈਸੇ ਮੇਰੇ ਜੋ ਪਿਤਾ ਜੀ ਸੀਗੇ ਉਹ ਕਵੀ ਸੀ। ਅੱਛਾ। ਔਰ ਉਹਨਾਂ ਨੂੰ ਕਵੀ ਕਹਿੰਦੇ ਸੀ। ਸਾਡੀ ਬਰਾਦਰੀ 'ਚ ਉਹਨਾਂ ਨੂੰ ਕਵੀ ਕਹਿੰਦੇ ਸੀਗੇ ਜੀ। ਧਾਰਮਿਕ ਕਵਿਤਾ ਲਿਖਦੇ ਸੀ ਹਾਂਜੀ। ਤੇ ਕੁਝ ਸੁਤੰਤਰਤਾ ਸੰਗਰਾਮ ਦੇ ਨਾਲ ਸੰਬੰਧਿਤ ਕਵਿਤਾਵਾਂ ਵੀ ਲਿਖੀਆਂ ਉਹਨਾਂ ਨੇ ਜੀ। ਪਾਕਿਸਤਾਨ ਤੋਂ ਆਏ ਇੱਧਰ। ਜੀ। ਤਾਂ ਉਹ ਕਵਿਤਾ ਦਾ ਇੱਕ ਜਿਹੜੀ ਉਹ ਲਿਖਦੇ ਸੀ ਉਹ ਅਸੀਂ ਪੜ੍ਹਦੇ ਸੀ। ਫਿਰ ਮੈਂ ਵੀ ਪੜ੍ਹਦੀ ਸੀ ਉਹ। ਜੀ। ਉਸ ਤੋਂ ਬਾਅਦ ਜਿਹੜੇ ਮੇਰੇ ਭਰਾ ਸੀਗੇ ਜਿਹੜੇ ਮੈਨੂੰ ਸਪੋਰਟ ਕਰਦੇ ਸੀ ਵੱਡੇ, ਉਹ ਕਾਮਰੇਡ ਸੀਗੇ ਜੀ। ਉਹਨਾਂ ਨੇ ਫਿਰ ਘਰ ਦੇ ਵਿੱਚ ਵੀ ਜਦੋਂ BA 'ਚ ਜਦੋਂ ਮੈਂ ਵੱਡੀ ਹੋ ਰਹੀ ਸੀ 5ਵੀਂ 6ਵੀਂ 7ਵੀਂ 'ਚ ਸੀਗੀ, ਤਾਂ ਉਸ ਵੇਲੇ ਉਹ BA ਕਰ ਰਹੇ ਸੀ। ਲੇਕਿਨ ਉਦੋਂ ਸਾਡੇ ਇੱਥੇ ਨਕਸਲਾਈਟ ਮੂਵਮੈਂਟ ਚੱਲ ਰਹੀ ਸੀ, ਤਾਂ ਉਹਨਾਂ ਕੋਲ ਕਾਫੀ ਸਾਹਿਤ ਜਿਹੜਾ ਸਾਡੇ ਘਰ 'ਚ ਆਉਣਾ ਸ਼ੁਰੂ ਹੋਇਆ। ਪ੍ਰੀਤ ਲੜੀ ਆ ਰਹੀ ਸੀ ਉਹਨਾਂ ਦਿਨਾਂ 'ਚ, ਹੋਰ ਮੈਗਜ਼ੀਨ ਆਉਂਦੇ, ਨਾਵਲ ਆਉਂਦੇ। ਉਹ ਫਿਰ ਮੈਂ ਪੜ੍ਹਦੀ ਸੀ ਤਾਂ ਮੈਨੂੰ ਇਹ ਲੱਗਣ ਲੱਗਾ ਕਿ ਵੀ ਇਹ ਸਾਹਿਤ ਹੈ ਜਿਹਦੇ 'ਚ ਮੈਂ ਆਪਣੇ ਮਨ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਰ ਸਕਦੀ ਹਾਂ। ਤੇ ਉਸ ਤੋਂ ਬਾਅਦ ਮੈਂ ਫਿਰ ਲਿਖਣਾ ਸ਼ੁਰੂ ਕੀਤਾ ਜੀ। ਮੈਂ ਵੀ BA ਪੜ੍ਹਦਿਆਂ ਹੀ ਲਿਖਣਾ ਸ਼ੁਰੂ ਕੀਤਾ। ਅੱਛਾ। ਹਾਂ। ਇਹ ਰੋਕਾ ਮਤਲਬ 10ਵੀਂ ਤੋਂ ਬਾਅਦ ਵੀ ਰੰਝਾਂ ਜਾਂ ਇੱਕ ਸਹਿਮਤੀ ਬਣ ਗਈ ਕਿ ਚਲੋ ਹੁਣ ਇਹ ਪੜ੍ਹਨਾ ਚਾਹੁੰਦੇ ਆ ਤਾਂ ਪੜ੍ਹ ਲੈਣ ਦਿਓ? ਨਹੀਂ, ਉਹ ਤੇ ਹਰ ਜਮਾਤ ਤੋਂ ਬਾਅਦ 5ਵੀਂ ਤੋਂ ਬਾਅਦ ਮੈਨੂੰ ਹਟਾਇਆ। ਫਿਰ ਮੇਰੇ ਬ੍ਰਦਰ ਕਹਿ ਦਿੰਦੇ ਸੀ ਵੀ ਨਹੀਂ ਪੜ੍ਹਾਓ ਇਹਨੂੰ। ਫਿਰ 7ਵੀਂ 8ਵੀਂ 'ਚ ਪੜ੍ਹਦੀ ਸੀ, ਫਿਰ ਇੱਕ ਵਾਰੀ ਕਹਿੰਦੇ ਨਹੀਂ ਹੁਣ ਨਹੀਂ ਪੜ੍ਹਾਉਣਾ ਅੱਗੇ ਜੀ। ਤੇ ਫਿਰ ਮੇਰੇ ਬ੍ਰਦਰ ਨੇ ਫਿਰ ਕਹਿ ਕੇ ਮੈਨੂੰ ਦਾਖਲ ਕਰਾਇਆ। ਤੇ ਇਸ ਤਰ੍ਹਾਂ ਹੀ BA 'ਚ ਪੜ੍ਹਦੀ ਸੀ ਮੈਂ ਜੀ। ਜਦੋਂ BA ਫਸਟ ਈਅਰ ਦੇ ਪੇਪਰ ਦਿੱਤੇ ਤੇ ਉਦੋਂ ਕਹਿੰਦੇ ਬਸ ਹੁਣ ਨਹੀਂ ਹੋਰ ਪੜ੍ਹਾਉਣਾ ਅੱਗੇ ਜੀ, ਵਿਆਹ ਕਰੋ ਬਸ ਇਹਦਾ ਹੁਣ। ਅੱਛਾ। ਤੇ ਮੈਂ ਫਿਰ ਉਦੋਂ ਤੱਕ ਥੋੜੀ ਮੇਰੇ 'ਚ ਹਿੰਮਤ ਵੀ ਆ ਗਈ ਸੀ। ਕਾਲਜ 'ਚ ਪੜ੍ਹਦੀ MCMDA ਵੀ ਕਾਲਜ 'ਚ ਪੜ੍ਹਦੀ ਸੀ ਮੈਂ ਚੰਡੀਗੜ੍ਹ ਜੀ। ਤੇ ਮੈਨੂੰ ਫਿਰ ਉਦੋਂ ਮੇਰੇ 'ਚ ਥੋੜੀ ਬਗਾਵਤ ਜੀ ਵੀ ਆ ਗਈ ਸੀਗੀ ਜੀ। ਤੇ ਮੈਂ ਫਿਰ ਆਪਣੇ ਆਪ ਹੀ ਜਾ ਕੇ ਇੱਕ ਸਰਫ ਵੇਚਣ ਵਾਲੀ ਕੰਪਨੀ ਸੀ ਤੇ ਮੈਂ ਉਹਦੇ 'ਚ ਨੌਕਰੀ ਕਰ ਲਈ। 2 ਮਹੀਨੇ ਜਿਹੜੇ ਛੁੱਟੀਆਂ ਦੇ ਹੁੰਦੇ ਪੇਪਰ ਦੇਣ ਤੋਂ ਬਾਅਦ, ਤੇ ਉਹ 2 ਮਹੀਨੇ ਮੈਂ 300 ਰੁਪਇਆ ਕਮਾਇਆ। ਅੱਛਾ। 150 ਰੁਪਇਆ ਮਹੀਨਾ ਸੀਗਾ ਜੀ। 1975 ਦੀ ਗੱਲ ਹੈ ਜੀ। ਤੇ ਉਹ 300 ਰੁਪਏ ਸੀ ਜਿਹੜਾ ਉਹ ਜਾ ਕੇ ਮੈਂ ਦਾਖਲਾ ਲੈ ਲਿਆ ਕਾਲਜ 'ਚ। ਅੱਛਾ। ਉਹਨਾਂ ਦੀ ਮਰਜ਼ੀ ਤੋਂ ਬਿਨਾਂ ਹਾਂ। ਤੇ ਉਹ ਮੈਂ ਦਾਖਲਾ ਲੈ ਲਿਆ। ਫਿਰ ਉਹਨਾਂ ਨੇ ਇੱਦਾਂ ਵੀ ਕੁਝ ਨਹੀਂ ਕਿਹਾ, ਮੈਨੂੰ ਦਾਖਲਾ ਲੈ ਲਿਆ ਵੀ ਮੈਂ ਤੇ ਪੜ੍ਹਨਾ। ਮਤਲਬ ਮੇਰੀ ਉਦੋਂ ਤੱਕ ਮੇਰੇ ਅੰਦਰ ਆ ਚੁੱਕਾ ਸੀ ਵੀ ਮੈਂ ਪੜ੍ਹਨਾ ਜੀ, ਵੀ ਮੈਂ ਪੜ੍ਹ ਕੇ ਹੀ ਕੁਝ ਕਰ ਸਕਦੀ ਹਾਂ। ਜਿਹੜੇ ਮੇਰੇ ਸਵਾਲ ਨੇ ਜਾਂ ਮੇਰੀ ਜਿਹੜੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਗਿਆ, ਜੇ ਮੈਂ ਕੁਝ ਬਣਨਾ ਹੈ ਤਾਂ ਮੈਂ ਪੜ੍ਹਨਾ। ਸੋ ਫਿਰ ਮੇਰੀ ਪੜ੍ਹਾਈ ਨਾਲ ਕਲਚਰ ਐਕਟੀਵਿਟੀਜ਼ ਉਹ ਜਿਹੜੀਆਂ ਕਾਲਜ ਦੇ ਵਿੱਚ ਚੱਲਦੀਆਂ ਰਹੀਆਂ। ਫੀਸ ਵੀ ਮੇਰੀ ਵੈਸੇ ਬਾਅਦ ਫੀਸ ਮਾਫ ਹੁੰਦੀ ਸੀ। ਅੱਛਾ। ਕਿਤਾਬਾਂ ਵੀ ਮਿਲ ਜਾਂਦੀਆਂ ਸੀ। ਤਾਂ ਇਸ ਕਰਕੇ ਉਸ ਜ਼ੋਰ ਦੇ ਨਾਲ ਜਿਹੜਾ ਹੈ ਉਹ ਮੈਂ ਪੜ੍ਹਦੀ ਰਹੀ ਜੀ। ਪਾਲ ਜੀ, ਜਿਸ ਤਰ੍ਹਾਂ ਕਿ ਤੁਸੀਂ ਬਚਪਨ ਤੋਂ ਹੀ ਵਿਦਰੋਹ ਕੀਤੇ ਆ, ਵਿਦਰੋਹ ਮਤਲਬ ਆਪਣੇ ਆਪ ਨੂੰ ਉੱਪਰ ਚੱਕਣ ਲਈ, ਆਪਣੀ ਹੋਂਦ ਜਤਾਉਣ ਲਈ ਤੁਸੀਂ ਇਹ ਵਿਦਰੋਹ ਕਰਦੇ ਰਹੇ ਹੋ। ਕਿਸ ਤਰ੍ਹਾਂ ਦੇ ਵਿਰੋਧ ਸੀਗੇ? ਬਹੁਤ ਬਚਪਨ 'ਚ ਤੇ ਮੈਨੂੰ ਪਤਾ ਵੀ ਨਹੀਂ ਸੀਗਾ। ਕੁਝ ਮੇਰੇ ਅੰਦਰੋਂ ਸ਼ਾਇਦ ਕੁਦਰਤੀ ਸੀਗਾ, ਕਿਉਂਕਿ ਜਿੱਥੇ ਮੈਨੂੰ ਲੱਗਦਾ ਸੀ ਵੀ ਵਿਤਕਰਾ ਹੋ ਰਿਹਾ ਨਾ, ਤਾਂ ਉੱਥੇ ਮੈਂ ਵਿਦਰੋਹ ਕਰਦੀ ਸੀ। ਜਿਵੇਂ ਮੈਂ ਬਹੁਤ ਛੋਟੀ ਸੀ ਤੇ ਇਹ ਮੈਨੂੰ ਬਾਅਦ ਵਿੱਚ ਦੱਸਿਆ ਜੀ, ਦੂਜਿਆਂ ਨੇ ਦੱਸਿਆ ਵੀ ਤੂੰ ਐਂ ਕੀਤਾ ਸੀਗਾ। ਮਤਲਬ ਸ਼ਾਇਦ ਦੂਜੀ ਤੀਜੀ 'ਚ ਪੜ੍ਹਦੀ ਹੋਵਾਂਗੀ। ਤੇ ਪਿੰਡ 'ਚ ਮੇਲਾ ਲੱਗਿਆ। ਅੱਛਾ। ਤੇ ਮੇਲੇ 'ਤੇ ਜਾਣ ਵਾਸਤੇ ਉਹਨਾਂ ਨੇ ਰੁਪਈਆ, ਉਦੋਂ 1 ਰੁਪਈਆ ਜਿਹੜਾ ਉਹ ਕਾਗਜ਼ ਦਾ ਰੁਪਈਆ ਹੁੰਦਾ ਸੀ, ਤੇ ਮੇਰੇ ਭਰਾਵਾਂ ਨੂੰ 2-2 ਰੁਪਈਏ ਦਿੱਤੇ ਤੇ ਮੈਨੂੰ 1 ਦਿੱਤਾ। ਅੱਛਾ ਜੀ।
ਤੇ ਮੈਂ ਪਹਿਲਾਂ ਤੇ ਰੋਈ ਵੀ ਇਹ ਤੁਸੀਂ ਮੈਨੂੰ 1 ਰੁਪਈਆ ਕਿਉਂ ਦਿੱਤਾ ਹੈ। ਉਸ ਤੋਂ ਬਾਅਦ ਮੈਂ ਉਹਨੂੰ ਪਾੜ ਕੇ ਤੇ ਉਹਨਾਂ ਨੂੰ ਕਿਹਾ ਮੇਰੇ ਵੀ 2 ਹੋ ਗਏ। ਉਸ ਤੋਂ ਬਾਅਦ ਫਿਰ ਜਿਹੜਾ ਇਹ ਚੇਤਨ ਸੀਗਾ ਥੋੜ੍ਹਾ ਵਿਦਰੋਹ ਕਿ ਮੇਰਾ ਭਰਾ ਨਾ ਗੋਲੀਆਂ ਬੰਟੇ ਖੇਡਦਾ ਸੀਗਾ ਜੀ। ਤੇ ਉਹ ਜਦੋਂ ਉਹ ਖੇਡਦਾ ਸੀ ਮੈਨੂੰ ਵੀ ਉਹਨਾਂ ਦੀ ਖਣਕ ਸੀ ਜਿਹੜੀ ਮੈਨੂੰ ਬੜੀ ਚੰਗੀ ਲੱਗਦੀ ਸੀ ਜੀ। ਤੇ ਮੈਂ ਕਿਹਾ ਮੈਂ ਵੀ ਗੋਲੀਆਂ ਖੇਡਣੀਆਂ। ਉਹ ਕਹਿੰਦੇ ਨਹੀਂ ਕੁੜੀਆਂ ਥੋੜੀ ਗੋਲੀਆਂ ਖੇਡਦੀਆਂ ਨੇ ਤੇ ਕੁੜੀਆਂ ਤੋਂ ਗੁੱਡੀਆਂ ਪਟੋਲੇ ਖੇਡਦੀਆਂ ਤੂੰ ਗੁੱਡੀਆਂ ਸੀ ਫੇਰ ਗਈ ਤੂੰ ਗੁੱਡੀਆਂ ਖੇਡਦੀਆਂ ਨੇ ਤੇ ਤੂੰ ਉਹ ਕਰਿਆ ਕਰ ਗੁੱਡੀਆਂ ਸੀਆ ਕਰ। ਮੈਂ ਕਿਹਾ ਨਹੀਂ ਮੈਂ ਤੇ ਗੋਲੀਆਂ ਖੇਡਣੀਆਂ। ਉਹ ਇੱਕ ਵਾਰੀ ਮੈਂ ਫਿਰ ਗੋਲੀਆਂ ਖਰੀਦ ਲਈਆਂ। ਮੇਰੀ ਮਾਂ ਨੇ ਕੁਛ ਮੈਨੂੰ ਸਮਾਨ ਲੈਣ ਭੇਜਿਆ, ਉਹਦੇ 'ਚ ਜਿਹੜੇ ਬੱਚੇ ਪੈਸੇ ਮੈਂ ਗੋਲੀਆਂ ਖਰੀਦ ਲਈਆਂ, ਉਹਦੇ ਕਰਕੇ ਮੈਨੂੰ ਮਾਰ ਪਈ। ਫਿਰ ਮੈਂ ਕਿਹਾ ਨਹੀਂ ਮੈਂ ਤੇ ਗੋਲੀਆਂ ਖਰੀਦਣੀਆਂ ਹੀ ਨੇ। ਫਿਰ ਮੈਂ ਉਹ ਕੁੜੀਆਂ ਜਾਂਦੀਆਂ ਸੀ ਮਿਰਚਾਂ ਚੁਗਣ ਵਾਸਤੇ ਜੀ ਤੇ ਮੈਂ ਉਹਨਾਂ ਨਾਲ ਮਿਰਚਾਂ ਚੁਗਣ ਚਲੀ ਗਈ ਜੀ। ਤੇ ਉਹ ਸ਼ਾਮ ਸਾਰਾ ਦਿਨ ਮਿਰਚਾਂ ਚੁਗੀਆਂ ਤੇ ਉਹ ਮਿਰਚਾਂ ਫਿਰ ਨਾ ਦੁਕਾਨ ਤੇ ਵੇਚ ਕੇ ਜਿਹੜੀ ਉਹ ਮਿਰਚਾਂ ਦਾ ਕੁਝ ਹਿੱਸਾ ਜਿਹੜਾ ਉਹ ਚੁਗਣ ਦਾ ਮਿਲਦਾ ਸੀ, ਮਿਹਨਤਾਨਾ ਮਿਲਦਾ ਸੀ, ਉਹ ਫਿਰ ਦੁਕਾਨ ਤੇ ਵੇਚ ਕੇ ਜਿਹੜੇ ਉਹਦੇ ਪੈਸੇ ਮਿਲੇ ਉਹਦੀਆਂ ਮੈਂ ਗੋਲੀਆਂ ਖਰੀਦੀਆਂ। ਅੱਛਾ ਜੀ। ਵੀ ਮੈਂ ਗੋਲੀਆਂ ਖੇਡਣੀਆਂ। ਸੋ ਇਹ ਮੇਰੀ ਇਹ ਬੜੀ ਸੁਚੇਤ ਬਗਾਵਤ ਸੀ ਵੀ ਇਹ ਮੈਨੂੰ ਜਿਹੜੇ ਕੰਮ ਤੋਂ ਰੋਕੋਗੇ ਮੈਂ ਕਰਨਾ ਹੈ, ਵੀ ਜਿਹੜਾ ਮੇਰਾ ਜੀ ਕਰਦਾ ਹੈ ਉਹ ਮੈਂ ਕਰਨਾ ਹੈ। ਸੋ ਇੱਕ ਕੁਐਸਚਨ ਕਿ ਜਿਵੇਂ ਤੁਸੀਂ ਪਾਲ ਕੌਰ ਦੇ ਨਾਂ ਥੱਲੇ ਲਿਖਦੇ ਹੋ ਸਿੱਖ ਧਰਮ ਦੇ ਵਿੱਚ ਹੈ ਹੀ ਤੇ ਉਹ ਕਕਾਰਾਂ ਦੀ ਬੜੀ ਮਹੱਤਤਾ ਹੈਗੀ ਹੈ, ਪਰ ਤੁਸੀਂ ਮਤਲਬ ਆਪਣੇ ਵਾਲ ਕਟਵਾਏ ਹੈ, ਇਹ ਕੋਈ ਅੰਦਰੋਂ ਹੀ ਐਸੀ ਵਿਰੋਧੀ ਭਾਵਨਾ ਹੀ ਹੈ ਕਿ ਕੀ ਹੈ ਇਹ ਇਸ ਬਾਰੇ? ਵੈਸੇ ਮੈਂ ਸ਼ੁਰੂ 'ਚ ਮੈਂ ਤੇ ਗੁਰਦੁਆਰੇ ਦੇ ਵਿੱਚ ਹੀ ਰਹੀ ਹਾਂ, ਮੇਰੇ ਪਿਤਾ ਗ੍ਰੰਥੀ ਸੀਗੇ ਜੀ। ਲੇਕਿਨ ਉਹਨਾਂ ਜੋ ਘਰ 'ਚ ਦੇਖਿਆ ਨਾ ਮੈਂ ਤੇ ਮੇਰੇ ਅੰਦਰ ਇੱਕ ਧਰਮਾਂ ਦੇ ਪ੍ਰਤੀ ਵਿਦਰੋਹ ਰਿਹਾ ਜੀ। ਲੇਕਿਨ ਐਸਾ ਵੀ ਨਹੀਂ ਹੋਇਆ। ਉਸ ਤੋਂ ਬਾਅਦ ਮੈਂ ਗੁਰਬਾਣੀ ਵੀ ਪੜ੍ਹੀ, ਜਦੋਂ MA ਕੀਤੀ, ਪੜ੍ਹਾਈ ਵੀ ਗੁਰਬਾਣੀ ਵੀ ਪੜ੍ਹੀ। ਮੈਂ ਉਹਦਾ ਬਹੁਤ ਸਤਿਕਾਰ ਕਰਦੀ ਹਾਂ, ਸਿਰ ਨਿਵਦਾ ਹੈ, ਮੰਨਿਆ ਵੀ ਬਾਅਦ 'ਚ ਧਰਮਾਂ ਨੂੰ। ਲੇਕਿਨ ਧਰਮਾਂ ਨੂੰ ਮੈਂ ਸੁਚੇਤ ਤੌਰ 'ਤੇ ਮੰਨਿਆ, ਉਹਨਾਂ ਦੇ ਕਰਮ ਕਾਂਡ ਨਹੀਂ ਮੈਂ ਮੰਨਦੀ। ਮੈਂ ਤਾਂ ਸੂਫੀਆਂ ਦੀ ਬਹੁਤ ਦੀਵਾਨੀ ਹਾਂ ਜੀ ਤੇ ਇਸ ਕਰਕੇ ਮੈਂ ਕਿਸੇ ਧਰਮ ਦਾ ਕਰਮ ਕਾਂਡ ਨਹੀਂ ਮੰਨਦੀ। ਬਾਕੀ ਵਾਲ ਕਟਾਉਣਾ ਜਿਹੜਾ ਮੈਂ ਇਹ ਨਹੀਂ ਕਹਿੰਦੀ ਕੋਈ ਮੈਂ ਬਗਾਵਤ ਕੀਤੀ ਹੈ। ਮੇਰੀ ਕੋਈ ਸਮੱਸਿਆ ਵੀ ਸੀਗੀ, ਮੇਰੇ ਕੁਝ ਦਰਦ ਰਹਿੰਦੀ ਸੀ, ਪਸੀਨਾ ਬਹੁਤ ਆਉਂਦਾ ਸੀ ਸਿਰ 'ਚ ਤੇ ਉਹ ਇੱਕ ਮੈਨੂੰ ਕਿਸੇ ਨੇ ਕਿਹਾ ਤੇ ਮੈਂ ਕਟਵਾ ਲਏ। ਮਤਲਬ ਮੈਂ ਉਹਦੇ 'ਚ ਕੋਈ ਇਹ ਨਹੀਂ ਸਮਝਿਆ ਕਿ ਵੀ ਇਹ ਕੋਈ ਮਨਾਹੀ ਹੈ ਜੀ ਤੇ ਲੇਕਿਨ ਬਗਾਵਤ ਵੀ ਨਹੀਂ ਸੀ ਜੀ। ਮੇਰੀ ਜ਼ਰੂਰਤ ਸੀ ਤੇ ਮੈਂ ਕਰ ਲਿਆ ਹੈ। ਠੀਕ ਹੈ। ਲੇਕਿਨ ਜਦੋਂ ਮੈਂ ਕਰ ਲਿਆ ਤੇ ਫਿਰ ਮੈਨੂੰ ਚੰਗਾ ਲੱਗਿਆ। ਫਿਰ ਮੈਂ ਇੱਕ ਨਜ਼ਮ ਵੀ ਲਿਖੀ, ਸਾਹ ਜ਼ਰਾ ਸਿਰ ਨੂੰ ਜੀ। ਉਹਦੇ 'ਚ ਇਹੀ ਸੀਗਾ ਕਿ ਵੀ ਮੇਰੇ ਜਿਹੜੀ ਮੇਰੀ ਗੰਢ ਵੱਜ ਜਾਂਦੀ ਸੀ ਸਿਰ 'ਤੇ, ਉਹ ਪ੍ਰਤੀਕਾਤਮਕ ਰੂਪ 'ਚ ਉਹਨੂੰ ਲੈ ਕੇ ਮੇਰੀ ਸੋਚ ਖੁੱਲ੍ਹ ਗਈ ਹੈ, ਮੇਰੇ ਸਿਰ ਨੂੰ ਸਾਹ ਆ ਗਿਆ ਹੁਣ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਆਪਦੀ ਹੋਂਦ ਨੂੰ ਬਚਾਉਣ ਲਈ ਜਾਂ ਸਾਬਤ ਕਰਨ ਲਈ ਸੰਘਰਸ਼ ਕੀਤੇ ਆ, ਗਾਵਤਾਂ ਕੀਤੀਆਂ, ਤਾਂ ਮੇਨ ਪਹਿਲਾਂ ਆਰਥਿਕਤਾ ਦੀ ਗੱਲ ਆਉਂਦੀ ਹੈ। ਜਦੋਂ ਤੁਸੀਂ ਪੜ੍ਹ ਕੇ ਆਪਣੇ ਪੈਰਾਂ ਤੇ ਖੜੇ ਹੋ ਗਏ ਤੇ ਘਰ ਪ੍ਰਤੀ ਫਿਰ ਤੁਹਾਡਾ ਵਿਵਹਾਰ ਕਿਹੋ ਜਿਹਾ ਰਿਹਾ ਜਾਂ ਤੁਹਾਡੀ ਰੁਚੀ ਕਿਹੋ ਜਿਹੀ ਰਹੀ? ਘਰ ਮੈਂ ਜਦੋਂ BA 'ਚ ਪੜ੍ਹਦੀ ਸੀ ਉਦੋਂ ਮੈਂ ਸੋਚਦੀ ਹੋਈ ਸੀ ਵੀ ਕਿਹੜਾ ਮੌਕਾ ਆਏ ਕਿ ਵੀ ਮੈਨੂੰ ਘਰੋਂ ਜਾਣਾ ਪਏ, ਵੀ ਜਾਵਾਂ ਮੈਂ, ਕਿਉਂਕਿ ਘਰ ਦੇ ਹਾਲਾਤ ਐਸੇ ਸੀਗੇ, ਕੋਈ ਲੜਾਈ ਝਗੜੇ ਜਿਹੇ ਹੁੰਦੇ ਰਹਿੰਦੇ ਸੀ ਤੇ ਮੈਂ ਦਿਲ ਨਹੀਂ ਸੀ ਲੱਗਦਾ। ਤੇ ਮੈਂ ਫਿਰ ਉਸ ਤੋਂ ਬਾਅਦ ਮੈਨੂੰ MA ਕਰਦਿਆਂ ਜਿਹੜੀ ਪਹਿਲੀ ਛੋਟੀ ਮੋਟੀ ਮਾਮੂਲੀ ਨੌਕਰੀ ਮਿਲੀ, ਉਹ ਪਹਿਲਾਂ ਸੁਨਾਮ ਮਿਲੀ ਸੀਗੀ ਤੇ ਮੈਂ ਉਦੋਂ ਹੀ ਘਰੋਂ ਨਿਕਲ ਗਈ ਸੀ। ਮੁੜ ਕੇ ਮੈਂ ਇੱਦਾਂ ਤੇ ਜਾਂਦੀ ਸੀਗੀ ਜਿਵੇਂ ਮਹਿਮਾਨ ਜਾਂਦੇ ਨੇ, ਹਾਂ ਵੀ ਇੱਦਾਂ 15 ਦਿਨ 'ਚ ਬਾਅਦ ਚਲੀ ਗਈ, ਹਫ਼ਤੇ ਬਾਅਦ ਚਲੀ ਗਈ, ਮਹੀਨੇ ਬਾਅਦ ਚਲੀ ਗਈ, ਲੇਕਿਨ ਮੁੜ ਕੇ ਰਹੀ ਨਹੀਂ ਫਿਰ ਮੈਂ ਘਰ। ਅੱਛਾ। ਤੇ ਇਸ ਤਰ੍ਹਾਂ ਮੈਂ ਹੁਣ ਜਿਵੇਂ ਯਮੁਨਾ ਨਗਰ ਥੋੜ੍ਹੀ ਦੇਰ ਨੌਕਰੀ ਕੀਤੀ ਹੈ, ਉੱਥੇ ਹੋਸਟਲ 'ਚ ਰਹਿੰਦੀ ਸੀ ਮੈਂ ਤੇ ਛੁੱਟੀਆਂ ਹੋਣੀਆਂ ਤੇ ਛੁੱਟੀਆਂ 'ਚ ਸਾਰਿਆਂ ਨੇ ਚਲੇ ਜਾਣਾ ਤੇ ਮੈਂ ਇਕੱਲੀ ਹੋਸਟਲ 'ਚ ਰਹਿੰਦੀ ਸੀ। ਅੱਛਾ ਜੀ। ਹਾਂ
ਫਿਰ ਮੇਰਾ ਦਿਲ ਨਹੀਂ ਸੀ ਕਿਉਂਕਿ ਕਰਦਾ ਫਿਰ ਘਰ ਜਾਣ ਨੂੰ, ਆਪਣਾ ਪੜ੍ਹਦੇ ਲਿਖਦੇ ਰਹਿਣਾ ਜੀ। ਇਕੱਲੇ। ਸੋ ਇੱਕ ਤੁਹਾਡੀ ਨਜ਼ਮ ਵੀ ਹੈ ਕਿ 25 ਨੂੰ ਪਾਰ ਕਰਦੀਆਂ ਤੇ 30 ਨੂੰ, ਹਾਂ ਹਾਂ ਉਹ ਸਮਾਂ ਵੀ ਤੁਹਾਡੇ ਤੇ ਵੀ ਆਇਆ, ਤੇ ਤੁਸੀਂ ਇਹ ਵੱਡਾ ਫੈਸਲਾ ਕਿਵੇਂ ਲੈ ਲਿਆ ਕਿ ਮਤਲਬ ਇਕੱਲੇ ਹੀ ਰਹਿਣਾ? ਦਰਅਸਲ ਮੇਰੇ ਅੰਦਰ ਵਿਆਹ ਦਾ ਜੋ ਸੰਸਥਾ ਹੈ ਵਿਆਹ ਦੀ, ਉਹਨੂੰ ਲੈ ਕੇ ਸਵਾਲ ਤੇ ਘਰੋਂ ਹੀ ਸ਼ੁਰੂ ਹੋ ਗਏ ਸੀ। ਪਹਿਲਾਂ ਮੈਂ ਆਪਣੇ ਮਾਂ ਪਿਓ ਨੂੰ ਵੇਖਿਆ, ਕੋਈ ਬਰਾਬਰੀ ਨਹੀਂ ਸੀ। ਮੇਰੀ ਮਾਂ ਮੇਰੀ ਉਹ ਜੋ ਪਿਤਰ ਸਤਾ ਸੀਗੀ, ਪਿਤਾ ਦਾ ਜਿਹੜੀ ਤਾਨਾਸ਼ਾਹੀ ਹੁੰਦੀ ਹੈ ਉਹਨੇ ਸਹਿਣ ਕੀਤਾ, ਫਿਰ ਭਰਾ ਦੀ ਤਾਨਾਸ਼ਾਹੀ ਨੂੰ ਭਾਬੀ ਨੇ ਸਹਿਣ ਕਰਦੀ ਸੀ, ਉਹ ਦੇਖਦੀ ਸੀ ਮੈਂ। ਤੇ ਮੇਰੇ ਅੰਦਰ ਸੀ ਕਿ ਵੀ ਮੈਂ ਵਿਆਹ ਬਾਰੇ ਕੁਐਸਚਨ ਸੀ ਮੇਰੇ ਅੰਦਰ, ਲੇਕਿਨ ਇੱਕ ਥੋੜੀ ਜਿਹੀ ਉਮੀਦ ਸੀ। ਮੈਂ ਕਿਹਾ ਚਲੋ ਜੇ ਕੋਈ ਪੜ੍ਹਿਆ ਲਿਖਿਆ ਹੋਵੇ, ਜੇ ਕੋਈ ਇੱਦਾਂ ਹੀ ਹੋਵੇ, ਲਿਟਰੇਚਰ ਵਾਲਾ ਬੰਦਾ ਹੋਵੇ ਤੇ ਸ਼ਾਇਦ ਸਮਝਦਾ ਹੋਵੇ। ਸੋ ਐਸਾ ਬੰਦਾ ਆਇਆ ਵੀ ਜ਼ਿੰਦਗੀ 'ਚ, ਪਰ ਉਹ ਵੀ ਉਸ ਤਰ੍ਹਾਂ ਦਾ ਹੀ ਨਿਕਲਿਆ। ਤੇ ਉਸ ਤੋਂ ਬਾਅਦ ਫਿਰ ਮੈਂ ਫੈਸਲਾ ਲਿਆ ਕਿ ਵੀ ਮੈਂ ਹੁਣ ਵਿਆਹ ਨਹੀਂ ਕਰਾਉਣਾ ਜੀ। ਔਰ ਬਹੁਤ ਸੋਚ ਸਮਝ ਕੇ ਲਿਆ ਫੈਸਲਾ ਜੀ। ਇਹ ਵਿਆਹ ਫੈਸਲਾ ਵੀ ਕੁਛ 27 ਸਾਲ ਦੀ ਉਮਰ 'ਚ, 27-28 ਸਾਲ ਦੀ ਉਮਰ 'ਚ ਮੈਂ ਇਹ ਫੈਸਲਾ ਲੈ ਲਿਆ ਕਿ ਮੈਂ ਹੁਣ ਵਿਆਹ ਨਹੀਂ ਕਰਾਉਣਾ ਤੇ ਆਪਣਾ ਪੜ੍ਹਨਾ ਲਿਖਣਾ। ਤੇ ਇਹ ਦੁਨੀਆ ਸੱਚਮੁੱਚ ਇਹ ਸੀ ਕਿ ਵੀ ਮੈਂ ਇਕੱਲੇ ਰਹਿ ਕੇ ਦਿਖਾਉਣਾ ਵੀ ਔਰਤ ਕਿਸੇ ਦੇ ਸਹਾਰੇ ਤੋਂ ਬਿਨਾਂ ਰਹਿ ਸਕਦੀ ਹੈ ਜੀ। ਤੇ ਆਪਣੇ ਆਪ ਨੂੰ ਇਸ ਗੱਲ ਲਈ ਵੀ ਤਗੜਿਆ ਕੀਤਾ ਕਿ ਨਿਰਭਰ ਵੀ ਨਹੀਂ ਕਰਨਾ ਕਿਸੇ ਤੇ ਜੀ, ਨਾ ਘਰਦਿਆਂ ਤੇ ਨਾ ਬਾਹਰ ਕਿਸੇ ਤੇ, ਸਿਰਫ ਆਪਣੇ ਹੀ ਬਲਬੂਤੇ ਤੇ ਆਪਣੀ ਜੋਰ ਉਹਦੇ ਤੇ ਖੜੇ ਹੋਣਾ। ਕਿਉਂਕਿ ਸਾਡਾ ਸਮਾਜ ਉਸ ਤਰ੍ਹਾਂ ਦਾ ਹੈ, ਜਿਵੇਂ ਤੁਸੀਂ ਫੈਸਲਾ ਲੈ ਲਿਆ ਹੈ ਕਿ ਔਰਤ ਨੂੰ ਇਹੋ ਜਿਹਾ ਫੈਸਲਾ ਲੈਣ ਤੇ ਬੜੀਆਂ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ, ਤੇ ਜ਼ਾਹਿਰ ਹੈ ਕਿ ਤੁਸੀਂ ਵੀ ਉਹਨਾਂ ਦਾ ਸ਼ਿਕਾਰ ਹੀ ਕਵਾਂਗਾ ਮੈਂ ਹੋਏ ਹੋਵੋਗੇ। ਤੇ ਇਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਜਾਂ ਮਤਲਬ ਤੁਹਾਨੂੰ ਲੱਗਿਆ ਹੋਵੇ ਵੀ ਇਹ ਮੈਨੂੰ ਅਲੱਗ ਕਰ ਰਹੇ ਹੈ ਜਾਂ ਮੈਨੂੰ ਇਸ ਤਰ੍ਹਾਂ ਦੇਖ ਰਹੇ ਹੈ, ਇਹੋ ਜਿਹਾ ਕੋਈ ਮੌਕਾ? ਇਸ ਤਰ੍ਹਾਂ ਤਾਂ ਦੇਖੋ, ਮੈਂ ਕਾਲਜ ਵਿੱਚ ਵੀ ਸੀ, ਉੱਥੇ ਵੀ ਕਈ ਸਵਾਲ ਜਵਾਬ ਜਿਹੜੇ ਨੇ ਉਹ ਹੁੰਦੇ ਸੀਗੇ। ਪਰਿਵਾਰ 'ਚ ਤੇ ਹੌਲੀ ਹੌਲੀ ਮੈਨੂੰ ਸਵਾਲ ਕਰਨਾ ਬੰਦ ਕਰਤਾ ਸੀ। ਇਸ ਗੱਲ 'ਚ ਵੀ ਮੇਰੇ ਜਿਹੜੇ ਵੱਡੇ ਬ੍ਰਦਰ ਸੀਗੇ ਉਹਨਾਂ ਦੀ ਸਪੋਰਟ ਰਹੀ, ਕਿਉਂਕਿ ਮੈਂ 30 ਸਾਲ ਦੀ ਉਮਰ 'ਚ ਜਦੋਂ ਮੈਂ PhD, ਪਹਿਲਾਂ ਮੈਂ ਕਹਿੰਦੀ ਸੀ ਮੈਂ ਪੜ੍ਹਾਂਗੀ, ਨੌਕਰੀ ਕਰਾਂਗੀ, ਫਿਰ ਕਰਾਵਾਂਗੀ ਜੀ। ਫਿਰ ਜਦੋਂ ਮੈਂ PhD ਕਰਕੇ ਪੱਕੀ ਨੌਕਰੀ ਲੱਗੀ ਉਦੋਂ 30 ਸਾਲ ਸੀ। ਤੇ ਜਦੋਂ ਮੇਰੀ ਮਾਂ ਨੇ ਕਹਿਣਾ ਤੇ ਮੇਰੇ ਬ੍ਰਦਰ ਨੇ ਕਹਿਣਾ ਕਿ ਜਿਹੜੀ ਕੁੜੀ 30 ਸਾਲ ਦੀ ਹੋ ਗਈ ਹੈ, PhD ਕਰ ਗਈ ਹੈ, ਤੇ ਉਹਨੂੰ ਆਪਣਾ ਭਲਾ ਬੁਰਾ ਪਤਾ ਹੈ। ਜੇ ਉਹਦਾ ਜੀ ਕਰੇਗਾ ਤੇ ਕਰ ਦਿਆਂਗੇ, ਜੇ ਉਹ ਨਹੀਂ ਕਹਿੰਦੀ ਵੀ ਨਹੀਂ ਹਲੇ ਕਰਨਾ ਤੇ ਉਹਦੀ ਮਰਜ਼ੀ ਹੈ ਜੀ। ਤੇ ਇਸ ਕਰਕੇ ਮੈਨੂੰ ਪਰਿਵਾਰ 'ਚ ਤੇ ਦਿੱਕਤ ਨਹੀਂ ਆਈ, ਬਾਹਰੋਂ ਆਉਂਦੀ ਸੀ ਸਵਾਲ ਜਵਾਬ, ਕਈ ਵਾਰੀ ਲੋਕੀ ਕਰਦੇ ਸੀ, ਕਈ ਵਾਰੀ ਜਵਾਬ ਦੇ ਦਿੰਦਾ ਸੀ, ਕਈ ਵਾਰੀ ਹੱਸ ਕੇ ਟਾਲ ਦਿੰਦਾ ਸੀ। ਜਿਹੜਾ ਕੋਈ ਓਪਰਾ ਹੀ ਕਰ ਲੈਂਦਾ ਸੀਗਾ ਜੀ, ਇੱਦਾਂ ਹੀ ਪੁੱਛਣਾ ਆਪਣੀ ਇੰਟਰੋਡਕਸ਼ਨ ਜਿਹੜੀ ਇਹਦੇ 'ਚ ਨਾ ਦੁਖਦ ਸਥਿਤੀ ਹੈ ਕਿ ਜਿਹੜੀ ਮੈਂ ਸਹਿਣ ਕੀਤੀ ਔਰ ਸ਼ਾਇਦ ਅਗਲੀਆਂ ਪੀੜ੍ਹੀਆਂ ਘੱਟ ਸਹਿਣ ਕਰਨਗੀਆਂ। ਉਹ ਇਹ ਹੈ ਕਿ ਔਰਤ ਦੀ ਇਕੱਲੀ ਹੋਂਦ ਨੂੰ ਸਵੀਕਾਰ ਹੀ ਨਹੀਂ ਕੀਤਾ ਜਾਂਦਾ। ਬਈ ਮੈਂ ਮੰਨ ਲਓ PhD ਵੀ ਕਰ ਲਈ, ਮੈਂ ਇੱਕ ਚੰਗੇ ਕਾਲਜ ਦੇ ਵਿੱਚ ਪੜ੍ਹਾ ਰਹੀ ਹਾਂ, ਪ੍ਰਾਧਿਆਪਕ ਹਾਂ, ਐਸੋਸੀਏਟ ਪ੍ਰੋਫੈਸਰ ਹਾਂ, ਮੈਂ ਅੱਛੀ ਤਨਖਾਹ ਵੀ ਲੈ ਰਹੀ ਹਾਂ, ਆਪਣਾ ਇੱਕ ਰੁਤਬਾ ਵੀ ਬਣਾ ਲਿਆ ਤਾਂ ਸਮਾਜ 'ਚ ਹੈਗਾ। ਲੇਕਿਨ ਇਹਨਾਂ ਸਭ ਨੂੰ ਸੰਪੂਰਨ ਨਹੀਂ ਲੱਗਦਾ। 2 ਗੱਲਾਂ ਸੁਣਨ ਤੋਂ ਬਾਅਦ ਫਿਰ ਉਹਨਾਂ ਨੇ ਕਹਿਣਾ ਅੱਛਾ ਫਿਰ ਤੁਹਾਡੇ ਪਤੀ। ਤਾਂ ਇਹ ਜਿਹੜਾ ਮਤਲਬ ਸਵਾਲ ਸੀਗਾ, ਉਹ ਜਦੋਂ ਫਿਰ ਤੁਸੀਂ ਦੱਸਦੇ ਹੋ ਤੇ ਫਿਰ ਉਹ ਜਿਹੜੀਆਂ ਨਜ਼ਰਾਂ ਹੁੰਦੀਆਂ ਨੇ, ਉਹ ਨਜ਼ਰਾਂ ਨੂੰ ਸਹਿਣ ਕਰਨਾ ਉਹ ਬਹੁਤ ਔਖਾ ਸੀਗਾ। ਜਾਂ ਫਿਰ ਜਿਹੜੀਆਂ ਤੁਹਾਡੀਆਂ ਕੁਲੀਗਸ ਨੇ ਜਾਂ ਤੁਹਾਡੇ ਕੁਲੀਗਸ ਨੇ, ਉਹਨਾਂ ਦੀਆਂ ਜਿਹੜੀਆਂ ਪਤਨੀਆਂ ਨੇ, ਉਹਨਾਂ ਨੂੰ ਹਮੇਸ਼ਾ ਆਪਣੇ ਪਤੀਆਂ ਦਾ ਖਤਰਾ ਪਿਆ ਰਹਿੰਦਾ ਸੀ ਵੀ ਜੇ ਦੋਸਤੀ ਹੈ ਤੇ ਕਿਧਰੇ ਐਸਾ ਨਾ ਹੋਏ ਵੀ ਇਹ ਇਕੱਲੀ ਕਰ ਰਹੀ ਹੈਗੀ ਹੈ। ਸੋ ਇੱਦਾਂ ਦੀਆਂ ਤੇ ਆਈਆਂ ਪਰ ਮੈਂ ਆਰਾਮ ਨਾਲ ਉਹਨਾਂ ਨੂੰ ਫੇਸ ਕੀਤਾ। ਇੱਕ ਸਮੱਸਿਆ ਤੁਹਾਨੂੰ ਹੋਰ ਵੀ ਆਈ ਹੈ ਕਿ ਜਦੋਂ ਤੁਸੀਂ ਇਹ ਫੈਸਲਾ ਕਰਕੇ ਆਪਦੀ ਸਹੇਲੀ ਦੇ ਨਾਲ ਰਹਿਣਾ ਸ਼ੁਰੂ ਕੀਤਾ ਤਾਂ
ਤੁਹਾਨੂੰ ਹੋਰ ਹੀ ਨਜ਼ਰਾਂ ਨਾਲ ਦੇਖਿਆ ਗਿਆ? ਜੀ ਕਿਸ ਤਰ੍ਹਾਂ ਦੀ ਨਜ਼ਰਾਂ ਨਾਲ? ਮਤਲਬ ਤੁਹਾਨੂੰ ਇੱਕ ਜਿਹੜੇ ਹੈਗੀ ਆ ਵਿਸ਼ੇਸ਼ ਤਰ੍ਹਾਂ ਦਾ ਤੁਹਾਡੇ ਤੇ ਲੈਸਬੀਅਨ ਇਹ ਵੀ ਦੌਰ ਆਇਆ ਜੀ। ਮੇਰੀ ਇੱਕ ਕਿਤਾਬ ਵੀ ਆਈ ਸੀਗੀ ਇੰਜ ਨਾ ਮਿਲੀ ਜਾਂ ਮੈਂ ਮੁਖਾਤਿਬ ਹਾਂ, ਉਦੋਂ ਵੀ ਇਹ ਸਵਾਲ ਉੱਠੇ ਸੀਗੇ ਜੀ ਜੀ। ਦਰਅਸਲ ਹੋਇਆ ਕਿ ਮੈਂ ਜਦੋਂ ਮੈਂ ਜੈਨ ਕਾਲਜ 'ਚ ਆਪਣੀ ਪੱਕੀ ਨੌਕਰੀ ਸ਼ੁਰੂ ਕੀਤੀ ਤੇ ਮੈਂ ਇੱਥੇ ਅੰਬਾਲੇ 'ਚ ਵਰਕਿੰਗ ਵੂਮਨ ਹੋਸਟਲ 'ਚ ਰਹਿੰਦੀ ਸੀ। ਉੱਥੇ ਮੇਰੀ ਇੱਕ ਦੋਸਤ ਬਣੀ ਤੇ ਉਸ ਦੀ ਵੀ ਪਰਿਵਾਰਕ ਸਮੱਸਿਆਵਾਂ ਸੀ, ਵਿਆਹ ਨਹੀਂ ਸੀ ਹੋਇਆ। ਅਸੀਂ ਦੋਨਾਂ ਨੇ ਫੈਸਲਾ ਲੈ ਲਿਆ। ਇਹ ਫੈਸਲਾ ਵੀ ਸ਼ਾਇਦ ਸ਼ਹਿਰ 'ਚ ਪਹਿਲੀ ਵਾਰੀ ਕਿਸੇ ਨੇ ਲਿਆ ਹੋਏਗਾ ਤੇ ਅਸੀਂ ਬਾਹਰ ਇੱਕ ਘਰ ਲੈ ਲਿਆ, ਦੋਨਾਂ ਨੇ ਇਕੱਠੇ ਰਹਿਣਾ ਸ਼ੁਰੂ ਕਰਤਾ ਜੀ। ਉਹਨੂੰ ਵੀ ਸਪੋਰਟ ਮਿਲ ਗਈ, ਮੈਨੂੰ ਵੀ ਸਪੋਰਟ ਮਿਲ ਗਈ। ਲੇਕਿਨ ਸਮਾਜ ਕੋਲ ਤੇ ਰਿਸ਼ਤੇ ਹੀ ਇਹੀ ਨੇ। ਸਮਾਜ ਕੋਲ ਤੇ ਜੇ ਕੁੜੀਆਂ ਰਹਿ ਰਹੀਆਂ ਨੇ ਤੇ ਲੈਸਬੀਅਨ ਦਾ ਰਿਸ਼ਤਾ, ਜੇ ਮੁੰਡੇ ਰਹਿ ਰਹੇ ਨੇ ਤੇ ਗੇ ਦਾ ਰਿਸ਼ਤਾ ਉਹਨਾਂ ਕੋਲ ਜੀ। ਸੋ ਮੈਨੂੰ ਸਾਨੂੰ ਆਈ ਸਮੱਸਿਆ ਉਦੋਂ ਸਾਡੇ ਸਾਹਿਤ ਦੇ ਸੰਸਾਰ 'ਚ ਵੀ ਆਈ, ਉੱਥੇ ਵੀ ਲੋਕਾਂ ਨੇ ਇਸ ਤਰ੍ਹਾਂ ਦੇ ਸਵਾਲ ਚੁੱਕੇ। ਮੈਨੂੰ ਆਪਣੀਆਂ ਸਹੇਲੀਆਂ ਦੀ, ਚਾਹੇ ਉਹ ਸੀ ਬਾਅਦ 'ਚ ਲਤਾ ਨਰੋਲਾ ਨੇ ਮੇਰੇ ਨਾਲ ਹੁਣ ਵੀ ਨੇ, ਤੇ ਮੈਨੂੰ ਆਪਣੀ ਦੋਸਤਾਂ ਦੀ ਸਪੋਰਟ ਬਹੁਤ ਮਿਲੀ। ਮਤਲਬ ਆਦਮੀ ਤੇ ਔਰਤ ਦਾ ਨਾ ਇੱਥੇ ਇਹ ਫਰਕ ਰਿਹਾ ਮੈਨੂੰ ਕਿ ਜੇ ਤੁਸੀਂ ਕਿਸੇ ਆਦਮੀ ਦੇ ਨਾਲ ਤੁਹਾਡੀ ਦੋਸਤੀ ਹੁੰਦੀ ਤੇ ਉੱਥੇ 100 ਸਵਾਲ ਉੱਠਦੇ ਨੇ। ਔਰ ਐਸਾ ਦੋਸਤ ਕੋਈ ਰਿਹਾ ਵੀ ਨਹੀਂ ਕਿ ਜਿਹੜਾ ਔਰਤ ਮਰਦ ਦੇ ਰਿਸ਼ਤੇ ਤੋਂ ਇਲਾਵਾ ਤੁਹਾਡੇ ਨਾਲ ਐਸੀ ਦੋਸਤੀ ਨਿਭਾਏ ਜਿਹੜੀ ਕਿ ਜਿਹਨੂੰ ਸੱਚਮੁੱਚ ਤੁਸੀਂ ਦੋਸਤੀ ਕਹਿ ਸਕੋ। ਐਸਾ ਦੋਸਤ ਵੀ ਘੱਟ ਮਿਲੇ ਮੈਨੂੰ। ਤੇ ਮੈਨੂੰ ਆਪਣੀਆਂ ਜਿਹੜੀਆਂ ਸਹੇਲੀਆਂ ਸੀਗੀਆਂ ਉਹਨਾਂ ਦੀ ਹਮੇਸ਼ਾ ਸਪੋਰਟ ਮਿਲੀ। ਉਹ ਸਾਰਾ ਜਿਹੜਾ ਦੌਰ ਸੀ ਜਿਹੜਾ ਕਿ ਤਕਲੀਫ ਵਾਲਾ ਦੌਰ ਸੀ, ਸਮਾਜ ਨਾਲ ਸੰਘਰਸ਼ ਵਾਲਾ ਦੌਰ ਸੀ। ਸੋ ਇਸ ਕਰਕੇ ਸਵਾਲ ਉੱਠਣੇ ਵਾਜਿਬ ਸੀਗੇ ਮੈਨੂੰ ਲੱਗਦਾ ਜੀ। ਸੋ ਇੱਕ ਤੁਸੀਂ ਕਿਤਾਬ ਵੀ ਲਿਖੀ ਹੈ ਜੋ ਇਕੱਲੀਆਂ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਰੇਖਾ ਚਿੱਤਰ ਲਿਖੇ ਹੈ। ਕੀ ਤੁਸੀਂ ਵਿਸ਼ੇਸ਼ ਤੌਰ ਤੇ ਇਹ ਸੁਚੇਤ ਤੌਰ ਤੇ ਇਹ ਕੀਤਾ, ਲੱਭ ਕੇ ਉਹਨਾਂ ਨੂੰ, ਮਤਲਬ ਕਿਤੇ ਮਨ ਦੇ ਵਿੱਚ ਸੀ ਕਿ ਆਪਦੇ ਵਰਗੇ ਲੋਕਾਂ ਦੀ ਗੱਲ ਕਰਨੀ? ਹਾਂ, ਇਹ ਐਕਚੁਅਲੀ ਉਹ ਮੈਂ ਜਦੋਂ ਤੁਹਾਨੂੰ ਦੱਸਿਆ ਵੀ ਵਰਕਿੰਗ ਵੂਮਨ ਹੋਸਟਲ 'ਚ ਰਹਿੰਦੀ ਸੀ ਅੰਬਾਲੇ, ਉੱਥੇ ਕਿਉਂਕਿ ਨੌਕਰੀ ਕਰਦੀਆਂ ਕੁੜੀਆਂ ਐਸੀ ਉਮਰ 'ਚ 25, 30, 35 ਸਾਲ ਇਹ ਉਮਰ 'ਚ ਉੱਥੇ ਆ ਕੇ ਰਹਿੰਦੀਆਂ ਸੀਗੀਆਂ ਜੀ। ਤੇ ਉੱਥੇ ਵਾਕਈ ਕਿਸੇ ਦੀ ਸਮੱਸਿਆ ਐਸੀ ਸੀ ਕਿ ਵੀ ਕਿਸੇ ਦੇ ਪਤੀ ਉਹਦਾ ਡਿਵੋਰਸ ਹੋ ਗਿਆ, ਕੋਈ ਇਕੱਲੀ ਰਹਿ ਗਈ, ਇਸ ਤਰ੍ਹਾਂ ਰਹਿੰਦੀਆਂ ਹੀ ਸੀਗੀਆਂ। ਤੇ ਉਹ ਫਿਰ ਜਦੋਂ ਮੇਰੀ ਇੱਕ ਕੁਲੀਗ ਸੀਗੀ, ਮੈਂ ਗੱਲ ਕੀਤੀ ਵਰਕਿੰਗ ਵੂਮਨ ਹੋਸਟਲ 'ਚ, ਮੈਂ ਲੈ ਲਿਆ ਕਮਰਾ। ਉਹ ਕਹਿੰਦੇ ਅੱਛਾ ਵਹਾਂ ਤੋਂ ਸਾਰੀ ਛੋੜੀ ਹੁਈ ਰਹਿਤੀ ਹੈ। ਅੱਛਾ ਜੀ। ਉਹ ਮੈਨੂੰ ਗੱਲ ਚੁਭੀ। ਮੈਂ ਕਿਹਾ ਇਹ ਛੋੜੀ ਹੋਈ ਜਿਹੜਾ ਹੈ ਇਹ ਸਮਾਜ ਨੂੰ ਪਤਾ ਹੋਣਾ ਚਾਹੀਦਾ ਕਿਉਂ ਨੇ ਉਹ ਛੋੜੀ ਹੋਈ ਜੀ, ਉਹ ਔਰਤਾਂ ਕਿਉਂ ਨੇ, ਉਹਨਾਂ ਦੀ ਕਹਾਣੀ ਕੀ ਹੈ। ਤਾਂ ਉਹ ਫਿਰ ਜਿਹੜੀਆਂ ਮੈਂ ਉੱਥੇ ਕਮਰਿਆਂ 'ਚ ਰਹਿੰਦੀਆਂ ਸੀਗੀਆਂ ਔਰਤਾਂ, ਫਿਰ ਮੈਂ ਉਹਨਾਂ ਬਾਰੇ ਜਾਣਨਾ ਸ਼ੁਰੂ ਕੀਤਾ। ਮੇਰੀ ਵਾਰਡਨ ਸੀਗੇ ਜਿਹੜੇ ਉੱਥੇ, ਉਹਨਾਂ ਨੇ ਇਹਦੇ ਵਿੱਚ ਮੇਰੀ ਮਦਦ ਕੀਤੀ। ਸੋ ਉਹ 15 ਔਰਤਾਂ ਦੇ ਰੇਖਾ ਚਿੱਤਰ ਜਿਹੜੇ ਮੈਂ ਲਿਖੇ ਨੇ ਉਹ ਉੱਥੇ ਹੀ ਰਹਿੰਦੀਆਂ ਸੀਗੀਆਂ। ਉਹਨਾਂ ਦੇ ਨਾਮ, ਥੋੜ੍ਹੇ ਨਾਮ ਨੂੰ ਬਦਲ ਕੇ ਮੈਂ ਉਹ ਲਿਖੀਆਂ ਨੇ, ਕਹਿ ਲਓ ਰੇਖਾ ਚਿੱਤਰ ਉਹ ਲਿਖੇ ਨੇ। ਡਾਕਟਰ ਪਾਲ ਕੌਰ ਜੀ, ਜਿਸ ਤਰ੍ਹਾਂ ਤੁਹਾਡੀ ਲਾਈਫ ਚੱਲਦੀ ਰਹੀ, ਕਵਿਤਾ ਵੀ ਇਸ ਤਰ੍ਹਾਂ ਹੀ ਚੱਲਦੀ ਰਹੀ। ਸੋ ਤੁਹਾਡੇ ਲਈ ਕਵਿਤਾ ਕੀ ਹੈ? ਮੇਰੀ ਲਈ ਕਵਿਤਾ ਤਾਂ ਜਿੰਨੀ ਮੇਰੀ ਹੋਂਦ ਮਹੱਤਵਪੂਰਨ ਹੈ ਮੇਰੇ ਲਈ, ਉਨੀ ਹੀ ਕਵਿਤਾ। ਮੇਰੇ ਖਿਆਲ ਮੈਂ ਤੇ ਕਵਿਤਾ ਕੁਝ ਅਲੱਗ ਤੇ ਹੋ ਹੀ ਨਹੀਂ ਸਕਦੇ ਜੀ। ਮਤਲਬ ਕਵਿਤਾ ਤੁਹਾਡਾ ਸ਼ੌਕ ਹੈ, ਤੁਹਾਡੀ ਮਜਬੂਰੀ ਹੈ, ਜਾਂ ਤੁਹਾਡਾ ਇੱਕ ਜ਼ਿੰਮੇਵਾਰੀ? ਦੇਖੋ, ਮੈਂ ਨਹੀਂ ਸ਼ੌਕ ਵੀ ਨਹੀਂ ਕਹਿ ਸਕਦੀ, ਮਜਬੂਰੀ ਵੀ ਨਹੀਂ ਕਹਿ ਸਕਦੀ। ਮੈਂ ਕਹਿੰਦੀ ਕਵਿਤਾ ਮੇਰੀ ਹੋਂਦ ਹੈ। ਜਿੱਥੋਂ ਮੈਂ ਇਹਨੂੰ ਸ਼ੁਰੂ ਕੀਤਾ ਸੀ ਉਹ ਮੈਂ ਤੇ ਕਵਿਤਾ ਅਲੱਗ ਨਹੀਂ ਹੋ ਸਕਦੇ। ਮੈਂ ਕਵਿਤਾ ਬਿਨਾਂ ਕੁਛ ਨਹੀਂ ਹਾਂ। ਇੱਕ ਸਟੇਜ 'ਤੇ ਆ ਕੇ ਜਦੋਂ ਮੈਂ ਸਾਰੀ ਲੜਾਈ ਲੜ ਰਹੀ ਸੀ, ਜਦੋਂ ਮੈਂ ਕਿਹਾ ਕਿ ਵੀ ਮੈਂ ਆਪਣੇ ਆਪ ਨੂੰ ਸਾਬਤ ਕਰਨਾ ਹੈ, ਉੱਥੇ ਆ ਕੇ ਕਵਿਤਾ ਮੇਰਾ ਹਥਿਆਰ ਬਣ ਜਾਂਦੀ। ਉਹ ਇਸ ਹਥਿਆਰ ਨਾਲ ਮੈਂ ਸਮਾਜ ਦੇ ਨਾਲ ਯੁੱਧ ਕੀਤਾ ਹੈ। ਡਾਕਟਰ ਪਾਲ ਕੌਰ ਜੀ, ਜਿਸ ਤਰ੍ਹਾਂ ਕਿ ਕਵਿਤਾ ਜਿਹੜੇ ਹੈਗੇ ਆ ਆਪਣੇ ਭਾਵਾਂ ਨੂੰ ਵਿਅਕਤ ਕਰਨ ਲਈ ਇੱਕ ਮਤਲਬ ਸੌਖਾ ਜਿਹਾ ਮਾਧਿਅਮ ਹੈਗਾ, ਔਰ ਕਵੀ ਜਿਹੜਾ ਹੈਗਾ ਉਹ ਇਹਦੇ ਵਿੱਚ ਕਲਪਨਾ ਦੀ ਵੀ ਕੁਛ ਮਾਤਰਾ
ਕਵਿਤਾ ਵਿੱਚ ਪਾਉਂਦਾ ਹੈ। ਹੂੰ। ਸੋ ਤੁਹਾਡੀ ਕਵਿਤਾ ਦੇ ਵਿੱਚ ਕਲਪਨਾ ਕਿੰਨੀ ਕੁ ਹੈ? ਕਲਪਨਾ ਇਸ ਤਰੀਕੇ ਨਾਲ ਨਹੀਂ ਹੁੰਦੀ ਕਿ ਵੀ ਸੱਚ ਅਤੇ ਕਲਪਨਾ ਨੂੰ ਅਸੀਂ ਕੋਈ ਵੱਖਰੇ ਰੱਖ ਕੇ ਵੇਖੀਏ। ਜੀ। ਜੋ ਸੱਚ ਹੈ, ਜੋ ਮੇਰੇ ਭਾਵ ਨੇ, ਜੋ ਮੇਰੇ ਵਿਚਾਰ ਨੇ, ਉਹ ਕਿਸੇ ਮੈਟਾਫਰ ਦੇ ਵਿੱਚ ਆਉਂਦੇ ਨੇ ਕਵਿਤਾ 'ਚ। ਜੀ। ਇਹ ਨਹੀਂ ਕਿ ਵੀ ਉਹ ਸੱਚ ਤੋਂ ਦੂਰ ਨੇ। ਮੈਂ ਆਪਣੇ ਆਪ ਨੂੰ ਮਤਲਬ ਅਣਚਾਹੀ ਹੋਂਦ ਕਹਿਣ ਦੀ ਬਜਾਏ ਖੱਬਲ ਕਹਿ ਰਿਹਾ। ਖਬਲ ਗਿਆ। ਇਸੇ ਤਰ੍ਹਾਂ ਇੱਕ ਕਵਿਤਾ ਆਈ ਕਿ ਵੀ ਜੋ ਸਾਡੇ ਜਦੋਂ ਕੁੜੀਆਂ ਬਾਹਰ ਨੌਕਰੀ ਕਰਨ ਨਿਕਲਦੀਆਂ ਨੇ ਤੇ ਉਹਨਾਂ ਨੂੰ ਬੌਸ ਦੀ ਕਿਸ ਤਰ੍ਹਾਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਕਵਿਤਾ ਇੱਕ ਖਿਡਾਰੀ ਹੈ। ਤਾਂ ਇਸ ਤਰ੍ਹਾਂ ਮੈਟਾਫਰ ਜਿਹੜੇ ਨੇ ਉਹ ਬਣਦੇ ਜਾਂਦੇ। ਜੋ ਮੇਰੀ ਕਵਿਤਾ ਦਾ ਪ੍ਰੋਸੈਸ ਵੀ ਇਹੀ ਹੈ ਕਿ ਜਿਹੜੀ ਕੋਈ ਵਿਚਾਰ ਜਾਂ ਕੋਈ ਭਾਵ ਮੇਰੇ ਮਨ 'ਚ ਆਉਂਦਾ ਹੈ, ਉਹ ਮੇਰੇ ਅੰਦਰ ਚੱਲਦਾ ਰਹਿੰਦਾ ਹੈ। ਫਿਰ ਜਦੋਂ ਮੈਨੂੰ ਉਹਦੇ ਨਾਲ ਮਿਲਦਾ ਜੁਲਦਾ ਕੋਈ ਮੈਟਾਫਰ ਮਿਲ ਜਾਂਦਾ ਹੈ ਤੇ ਮੈਂ ਫਿਰ ਉਹਨੂੰ ਲਿਖ ਦਿੰਦੀ ਹਾਂ। ਮੇਰੀ ਸਾਰੀਆਂ ਕਵਿਤਾਵਾਂ ਜਿਹੜੀਆਂ ਨੇ ਉਹ ਮੈਟਾਫਰ ਚੱਲਦਾ ਉਹਨਾਂ ਦੇ ਵਿੱਚ। ਮਤਲਬ ਕਿਹਾ ਜਾ ਸਕਦਾ ਹੈ ਕਿ ਤੁਹਾਡੀ ਕਵਿਤਾ ਜਿਹੜੀ ਹੈਗੀ ਆ ਤੁਹਾਡੀ ਜ਼ਿੰਦਗੀ ਦੇ ਨਾਲ ਨਾਲ ਚੱਲੀ ਹੈ। ਹਾਂ, ਮੇਰੀ ਕਵਿਤਾ ਮੇਰੀ ਜ਼ਿੰਦਗੀ ਦੇ ਨਾਲ ਨਾਲ ਚੱਲੀ। ਜਿਸ ਤਰ੍ਹਾਂ ਜਦੋਂ ਦਰਦ ਸੀ ਤਾਂ ਦਰਦ ਦੀ ਕਵਿਤਾ ਲਿਖੀ। ਜਦੋਂ ਮੈਂ ਦਰਦ ਤੋਂ ਪਾਰ ਹੋਈ ਤਾਂ ਮੈਂ ਉਨਮੁਕਤੀ ਵਰਗੀ ਕਵਿਤਾ ਵੀ ਲਿਖੀ ਕਿ ਮੈਂ ਹੁਣ ਦਰਦ ਤੋਂ ਪਾਰ ਹਾਂ, ਮੈਂ ਹੁਣ ਦਰਦ 'ਤੇ ਹੱਸ ਵੀ ਸਕਦੀ ਹਾਂ। ਫਿਰ ਮੈਂ ਉਸ ਤੋਂ ਬਾਅਦ ਸਿਸਟਮ 'ਤੇ ਵੀ ਨਾਲ ਨਾਲ ਲਿਖੀ ਹੈ। ਮੈਂ ਜਿਵੇਂ ਤੁਹਾਨੂੰ ਕਿਹਾ ਸੀ ਵੀ ਕਵਿਤਾ ਮੇਰਾ ਹਥਿਆਰ ਹੈ। ਹੁਣ ਅੱਜ ਕੱਲ੍ਹ ਸਾਡੇ ਆਲੇ ਦੁਆਲੇ ਜੋ ਕੁਝ ਹੋ ਰਿਹਾ ਹੈ ਪਿਛਲੇ 5-7 ਸਾਲਾਂ ਤੋਂ, ਹੁਣ ਮੈਂ ਜਾ ਕੇ ਹਥਿਆਰ ਚੁੱਕ ਕੇ ਨਹੀਂ ਲੜ ਸਕਦੀ। ਤੇ ਇਸ ਕਰਕੇ ਮੈਂ ਆਪਣੀ ਗੱਲ ਜਿਹੜੀ ਹੈ ਜਾਂ ਸਭ ਦੀ ਗੱਲ ਜਿਹੜੀ ਹੈ ਉਹ ਕਵਿਤਾ 'ਚ ਕਰਨੀ ਹੈ। ਡਾਕਟਰ ਸਾਹਿਬ, ਜਿਵੇਂ ਕਿਹਾ ਜਾਂਦਾ ਹੈ ਕਿ ਕੁਝ ਫੈਸਲੇ ਅਸੀਂ ਕਰ ਲੈਂਦੇ ਹਾਂ ਪਰ ਕੁਝ ਸਮੇਂ ਦੇ ਵਿੱਚ ਜਾ ਕੇ ਕਈ ਵਾਰ ਹੁੰਦਾ ਕਿ ਸ਼ਾਇਦ ਗਲਤ ਹੋ ਗਿਆ। ਤੁਹਾਡਾ ਕੋਈ ਇਹੋ ਜਿਹਾ ਫੈਸਲਾ ਕੀਤਾ ਵਾ ਜਿਹੜਾ ਤੁਹਾਨੂੰ ਅੱਜ ਲੱਗਦਾ ਹੋਵੇ ਕਿ ਨਹੀਂ, ਇਹ ਨਹੀਂ ਕਰਨਾ ਚਾਹੀਦਾ ਸੀ? ਕੁਝ ਇਸ ਤਰ੍ਹਾਂ ਦਾ ਹੈ? ਨਹੀਂ, ਇਹ ਮੇਰੀ ਜ਼ਿੰਦਗੀ ਦਾ, ਮੈਂ ਇਹਨੂੰ ਆਪਣੀ ਤਾਰੀਫ ਤਾਂ ਨਹੀਂ ਕਹਿ ਸਕਦੀ, ਪਰ ਇਹ ਰਿਹਾ ਹੈ ਮੇਰੇ ਨਾਲ ਕਿ ਜਦੋਂ ਮੈਂ ਕੋਈ ਫੈਸਲਾ ਕਰਨਾ ਹੁੰਦਾ ਕਿਉਂਕਿ ਆਪਣੀ ਜ਼ਿੰਦਗੀ ਦੇ ਫੈਸਲੇ ਮੈਂ ਆਪ ਕੀਤੇ ਨੇ ਜੀ, ਤੇ ਜਦੋਂ ਮੈਂ ਫੈਸਲਾ ਕਰਨ ਲੱਗਦੀ ਹਾਂ ਤੇ ਮੈਂ ਜ਼ਰੂਰ ਦੋਨੋਂ ਪੱਖ ਦੇਖਦੀ ਹਾਂ ਉਸਦੇ। ਦੋਨੋਂ ਪੱਖ 'ਚੋਂ ਜਦੋਂ ਮੈਂ ਇੱਕ ਪੱਖ ਚੁਣ ਲੈਂਦੀ ਹਾਂ ਪਰ ਮੈਂ ਦੂਜਾ ਪਾਸੇ ਹੀ ਰੱਖ ਦਿੰਦੀ ਹਾਂ। ਦੋ ਚੀਜ਼ਾਂ 'ਚੋਂ ਇੱਕ ਚੀਜ਼ ਚੁਣੀ ਤੇ ਦੂਜੀ ਵੱਲ ਮੈਂ ਕਦੀ ਦੁਬਾਰਾ ਵੇਖਿਆ ਹੀ ਨਹੀਂ ਜੀ। ਇਸ ਕਰਕੇ ਮੈਨੂੰ ਨਹੀਂ ਲੱਗਿਆ ਕਦੀ ਕਿ ਵੀ ਮੈਂ ਛੋਟੀ ਮੋਟੀ ਕੋਈ ਗੱਲਾਂ ਹੋ ਜਾਂਦੀਆਂ ਨੇ ਵੀ ਕੋਈ ਚੋਇਸ ਗਲਤ ਹੋ ਗਈ, ਤੁਸੀਂ ਇਹ ਸੂਟ ਖਰੀਦਣਾ ਸੀ ਤੇ ਕੱਪੜਾ ਗਲਤ ਆ ਗਿਆ। ਕਿਸੇ ਵੇਲੇ ਇੱਦਾਂ ਦੇ ਤਾਂ ਹੋ ਸਕਦੇ ਨੇ, ਪਰ ਜਿਹੜੇ ਪੂਰੀ ਹੋਂਦ ਨਾਲ ਤੁਹਾਡੇ ਜੁੜੇ ਹੋਏ ਫੈਸਲੇ ਹੁੰਦੇ ਨੇ, ਐਸਾ ਮੈਨੂੰ ਨਹੀਂ ਲੱਗਿਆ ਕੋਈ ਕਿ ਵੀ ਮੇਰੇ ਤੋਂ। ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਵਿਆਹ ਇੱਕ ਸੰਸਥਾ ਹੈ ਸਾਡੇ ਸਮਾਜ ਦੇ ਵਿੱਚ, ਇਹ ਪ੍ਰਮਾਣਿਤ ਹੈ ਔਰ ਇਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ। ਜਦੋਂ ਬਾਹਰੀ ਸੰਸਾਰ ਨਾਲ ਤੁਸੀਂ ਦੇਖਦੇ ਹੋ, ਉਹਨਾਂ ਨੂੰ ਦੇਖਦੇ ਹੋ, ਇੱਕ ਪਰਿਵਾਰਾਂ ਨੂੰ ਦੇਖਦੇ ਹੋ, ਕਿਤੇ ਕੁਛ ਮਨ ਦੇ ਵਿੱਚ ਘਾਟ ਮਹਿਸੂਸ ਹੁੰਦੀ ਕਦੇ ਤੱਕ ਤੇ ਖਣਕੀ ਹੋਵੇਗੀ? ਨਹੀਂ, ਮੈਨੂੰ ਐਸਾ ਨਹੀਂ ਲੱਗਿਆ ਕਿਉਂਕਿ ਇਹ ਵੀ ਨਾ ਵਿਰੋਧੀ ਸਥਿਤੀਆਂ 'ਚੋਂ ਮੇਰੇ ਅੰਦਰ ਆਇਆ ਹੋਇਆ ਫੈਸਲਾ ਸੀਗਾ ਜੀ। ਵਿਰੋਧੀ ਸਥਿਤੀਆਂ 'ਚੋਂ ਆਇਆ ਹੋਇਆ ਸੀ। ਇੱਕ ਤਾਂ ਦੂਸਰਾ ਇਹ ਸੀ ਕਿ ਜਿਹੜੇ ਮੇਰੇ ਉਹ ਸਾਰੇ ਸਾਲ ਸੀਗੇ ਜਿਨ੍ਹਾਂ 'ਚ ਸੰਘਰਸ਼ ਕੀਤਾ, ਮੈਂ ਸਮਾਜ ਨਾਲ ਵੀ ਕੀਤਾ, ਆਪਣੇ ਆਪ ਨਾਲ ਵੀ ਕੀਤਾ। ਉਹਨਾਂ ਦਿਨਾਂ 'ਚ ਮੈਨੂੰ ਕਈਆਂ ਨੇ ਵੀ ਕਿਹਾ ਵੀ ਤੂੰ ਵੀ ਇਕੱਲੀ ਹੈਗੀ ਹੈ ਤੇ ਤੂੰ ਆਪਣਾ ਕੋਈ ਕਿਸੇ ਭੈਣ ਦਾ ਬੱਚਾ ਲੈ ਕੇ ਆਪਣਾ ਅਡੋਪਟ ਕਰ ਲੈ, ਪਾਲ ਲੈ। ਤੇ ਮੈਨੂੰ ਲੱਗਿਆ, ਮੈਂ ਆਪਣੇ ਆਪ ਨੂੰ ਪੁੱਛਿਆ ਕਿ ਵੀ ਕੀ ਮੇਰੇ ਅੰਦਰ ਹੈ ਐਸਾ ਕੁਛ? ਮੈਂ ਕਿਹਾ ਨਹੀਂ, ਵੀ ਮੈਂ ਨਹੀਂ, ਮੈਨੂੰ ਨਹੀਂ ਲੋੜ। ਤੇ ਐਸਾ ਮੈਨੂੰ ਲੱਗਿਆ ਨਹੀਂ ਕਦੀ ਵੀ ਕਿਸੇ ਨੂੰ ਵੇਖ ਕੇ ਮੈਨੂੰ ਐਸਾ ਲੱਗਿਆ ਹੋਵੇ, ਕਿਉਂਕਿ ਮੈਂ ਇਹ ਫੈਸਲਾ ਇੱਦਾਂ ਹੀ ਲਿਆ ਸੀਗਾ ਕਿ ਵੀ ਮੈਂ ਕੰਮ ਕਰਨਾ, ਮੈਂ ਆਪਣਾ ਪੜ੍ਹਨਾ ਲਿਖਣਾ ਤੇ ਮੈਂ ਇਹ ਕੰਮ ਕਰਨਾ ਤੇ ਮੈਂ ਇੱਕ ਇਹ ਵੀ ਜ਼ਿੰਦਗੀ ਹੋ ਸਕਦੀ ਹੈ, ਇਹ ਜ਼ਿੰਦਗੀ ਹੈ ਐਸੀ ਜੀਣੀ ਹੈ
ਤੇ ਸਮਾਜ ਨੂੰ ਦੱਸਣਾ ਹੈ ਕਿ ਇੱਕ ਕੁੜੀ ਵੀ ਜੀ ਸਕਦੀ ਹੈ। ਜੀ ਜਿਸ ਤਰ੍ਹਾਂ ਕਿ ਤੁਸੀਂ ਸ਼ੁਰੂ ਚ ਆਪਦੀ ਖੱਬਲ ਕਵਿਤਾ ਵਿੱਚ ਲਿਖਦੇ ਹੋ ਕਿ ਪਿਤਾ ਨੇ ਪਿੱਠ ਕਰ ਲਈ, ਤੁਹਾਡੀ ਜ਼ਿੰਦਗੀ ਦੇ ਵਿੱਚ ਦੋਸਤ ਆਇਆ, ਉਹਨੇ ਵੀ ਨਿਰਾਸ਼ ਕੀਤਾ, ਮਤਲਬ ਮਰਦ ਸੀ ਦੋਵੇਂ, ਪਰ ਤੁਹਾਡੀ ਕਵਿਤਾ ਦੇ ਵਿੱਚ ਮਰਦ ਪ੍ਰਤੀ ਕੌੜਾਪਾਨੀ ਹੈ ਜਾਂ ਉਹਦੇ ਪ੍ਰਤੀ ਜਿਹੜਾ ਉਹ ਮੁਰਦਾਬਾਦ ਦਾ ਨਾਅਰਾ ਨਹੀਂ ਹੈ। ਹਾਂ, ਇਹ ਕਿਉਂ ਰਾਇਤ ਫਿਰ ਕਿਉਂ ਹੈ? ਮੈਂ ਕਿਉਂਕਿ ਮੈਂ ਨਾ ਜਦੋਂ ਤੁਸੀਂ ਪੜ੍ਹਦੇ ਹੋ ਨਾ, PhD ਵੀ ਕੀਤੀ, ਤੇ ਇਹ ਚੀਜ਼ ਸਮਝ ਆਉਂਦੀ ਹੈ ਕਿ ਮਰਦ ਅਸਲ ਵਿੱਚ ਸਾਡਾ ਜੋ ਸਮਾਜਿਕ ਢਾਂਚਾ ਹੈ ਨਾ, ਉਹਦਾ ਹਿੱਸਾ ਹੈ। ਜੀ, ਕਿਉਂਕਿ ਜਿਹੜਾ ਨਾਰੀਵਾਦ ਵੀ ਜਦੋਂ ਅਸੀਂ ਕਹਿੰਦੇ ਹਾਂ ਨਾ, ਮਰਦ ਪ੍ਰਤੀ ਨਾਰੀਵਾਦ ਜਦੋਂ ਅਸੀਂ ਕਹਿੰਦੇ ਹਾਂ ਵੀ ਉਹਦੇ ਵਿੱਚ ਜਿਹੜੀ ਔਰਤਾਂ ਨੇ ਕਵਿਤਾ ਲਿਖਦੀਆਂ ਨੇ ਤੇ ਮਰਦ ਦੇ ਪ੍ਰਤੀ ਉਹਨਾਂ ਦੇ ਅੰਦਰ ਨਾਰਾ ਹੈ, ਤੇ ਉਹ ਇੱਕ ਸਮਾਂ ਆਇਆ ਸੀ ਰੈਡੀਕਲ ਫੈਮਿਨਿਜ਼ਮ ਅਸੀਂ ਉਹਨੂੰ ਕਹਿੰਦੇ ਹਾਂ। ਨਾਰੀਵਾਦ ਜਿਹੜਾ ਅਸਲ 'ਚ ਉਹਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ ਤੇ ਉਹ ਮਰਦ ਦੇ ਵੀ ਉਸੇ ਤਰ੍ਹਾਂ ਹੀ ਹੱਕ 'ਚ ਹੈ ਜੀ। ਇਹ ਉਹਨਾਂ ਤਾਕਤਾਂ ਨਾਲ ਲੜਾਈ ਹੈ ਜਿਹੜੇ ਦੂਜੀ ਧਿਰ ਨੂੰ ਹਾਸ਼ੀਏ 'ਤੇ ਸੁੱਟ ਦਿੰਦੇ ਨੇ ਜੀ, ਉਸ ਨੂੰ ਇਨਸਾਨ ਨਹੀਂ ਸਮਝਦੇ। ਜੇ ਪਤੀ ਆਪਣੀ ਪਤਨੀ ਨੂੰ ਨਹੀਂ ਸਮਝਦਾ, ਐਸੇ ਤਰ੍ਹਾਂ ਇੱਕ ਜਿਹੜਾ ਮਾਲਕ ਹੈ ਉਹ ਆਪਣੇ ਨੌਕਰ ਨੂੰ ਇਨਸਾਨ ਨਹੀਂ ਸਮਝਦਾ ਜੀ। ਤਾਂ ਐਸੇ ਤਰ੍ਹਾਂ ਜਿਹੜਾ ਉੱਚੀ ਜਾਤ ਵਾਲਾ ਉਹ ਨੀਵੀਂ ਜਾਤ ਵਾਲੇ ਨੂੰ ਇਨਸਾਨ ਨਹੀਂ ਸਮਝਦਾ। ਤੇ ਜੇ ਅਸੀਂ ਇਹਦੇ ਵਿੱਚ ਸਾਰੇ 'ਚ ਦੇਖੀਏ, ਜੇ ਅਸੀਂ ਇਸ ਸਾਰੇ ਸਿਸਟਮ ਦਾ ਹਿੱਸਾ ਅਸੀਂ ਇਨਸਾਨ ਜਿਹੜੇ ਹੈਗੇ ਆ ਬਣੇ ਆ, ਤੇ ਜਿਹੜਾ ਵੈਸੇ ਆਦਮੀ ਵੀ ਜਿਹੜਾ ਇਸ ਸਿਸਟਮ ਨੂੰ ਸਮਝ ਲੈਂਦਾ ਹੈ, ਉਹ ਆਪਣੇ ਆਪ ਵਿੱਚ ਥੋੜ੍ਹਾ ਤਬਦੀਲੀਆਂ ਕਰਨੀਆਂ ਸ਼ੁਰੂ ਕਰ ਸਕਦਾ ਹੈ, ਕਰਦੇ ਵੀ ਨੇ। ਤੇ ਇਸ ਕਰਕੇ ਮੇਰੇ ਨਾਰਾ ਜਿਹੜਾ ਕਿਤੇ ਕਿਤੇ ਆਉਂਦਾ, ਕਈ ਕਵਿਤਾਵਾਂ 'ਚ ਆਇਆ ਵੀ ਹੈ, ਉਹ ਨਾਰਾਜ਼ਗੀ ਆਈ ਵੀ ਹੈ, ਪਰ ਉਹਨਾਂ ਖੁੱਲ੍ਹ ਕੇ ਨਹੀਂ ਆਇਆ, ਕਿਉਂਕਿ ਮੈਨੂੰ ਹਮੇਸ਼ਾ ਇਹ ਲੱਗਿਆ ਕਿ ਵੀ ਉਹ ਇਹ ਜੋ ਪਿਤਰ ਸਤਾ, ਇਹ ਸਾਡਾ ਜੋ ਪਿਤਾ ਪੁਰਖੀ ਸਮਾਜ ਹੈ, ਇਹ ਉਹਦਾ ਹਿੱਸਾ ਨੇ ਜੀ। ਉਹ ਵੀ ਬੰਨੇ ਹੋਏ ਨੇ, ਉਹ ਵੀ ਉਹਦੇ ਵਿੱਚ ਬੰਨੇ ਹੋਏ। ਉਹਨਾਂ ਨੂੰ ਆਦਤ ਸ਼ੁਰੂ ਤੋਂ ਹੀ ਆਦਤ ਪਾ ਦਿੱਤੀ ਜਾਂਦੀ ਬਈ ਕੰਮ ਕੁੜੀ ਨੂੰ ਜਿਹੜੇ ਨੇ ਉਹ ਕਹੀ ਜਾਣਗੇ ਤੂੰ ਉਹਨੂੰ ਮੁੰਡੇ ਨੂੰ ਪਾਣੀ ਦੇ ਉੱਠ ਕੇ। ਟ੍ਰੇਨਿੰਗ ਤੇ ਉੱਥੋਂ ਸ਼ੁਰੂ ਹੋ ਜਾਂਦੀ ਨਾ ਜੀ। ਜਿਸ ਤਰ੍ਹਾਂ ਕਿ ਹੁਣ ਤੁਸੀਂ ਬਾਹਰੀ ਸੰਸਾਰ ਦੇ ਨਾਲ ਵੀ ਜੁੜੇ ਹੋਏ ਹੋ, ਬਹੁਤ ਸਾਰਾ ਤਜਰਬਾ ਹੈ ਤੁਹਾਡਾ। ਤੁਹਾਡੇ ਵਾਲੇ ਸਮੇਂ 'ਚ ਜਦੋਂ ਤੁਸੀਂ ਫੈਸਲਾ ਲਿਆ ਤੇ ਉਦੋਂ ਦੀਆਂ ਕੁੜੀਆਂ ਦੇ ਵਿੱਚ ਤੇ ਅੱਜ ਦੀਆਂ ਕੁੜੀਆਂ ਦੇ ਵਿੱਚ ਕਿੰਨਾ ਕੁ ਫਰਕ ਤੁਹਾਨੂੰ ਲੱਗਦਾ? ਕਾਫੀ ਫਰਕ, ਕਿਉਂਕਿ ਅੱਧੀ ਸਦੀ ਕਹਿ ਸਕਦੇ ਵੀ ਜਦੋਂ ਮੈਂ ਚੇਤਨ ਹੋ ਕੇ ਸੋਚਣਾ ਸ਼ੁਰੂ ਕਰਾਂ, 10 ਸਾਲ ਲਾ ਲਓ, ਤੇ ਹੁਣ ਮੈਂ 63 ਸਾਲ, ਮਤਲਬ ਪੂਰੀ ਅੱਧੀ ਤੋਂ ਵੱਧ ਸਦੀ ਹੋ ਗਈ ਹੈ ਜੀ। ਅੱਧੀ ਸਦੀ ਵਿੱਚ ਮੈਂ ਜਦੋਂ ਦੇਖਦੀ ਹਾਂ ਤੇ ਉਹਦੇ ਵਿੱਚ ਬਹੁਤ ਤਬਦੀਲੀ ਹੈ। ਮੇਰੇ ਪਰਿਵਾਰ 'ਚ ਵੀ ਅਗਾਂ ਮੇਰੀ ਭਤੀਜੀਆਂ ਭਣੇਵੀਆਂ ਪੜ੍ਹ ਲਿਖ ਗਈਆਂ ਨੇ, ਆਪਣੇ ਫੈਸਲੇ ਲੈ ਰਹੀਆਂ ਨੇ ਆਪ, ਮੇਰੇ ਪਰਿਵਾਰ 'ਚ ਵੀ ਤਬਦੀਲੀ ਆਈ ਹੈ। ਤੇ ਬਾਕੀ ਹੋਰ ਸ਼ਹਿਰਾਂ ਦੇ ਵਿੱਚ ਹੁਣ ਜਿਵੇਂ ਮੈਂ ਪੜ੍ਹਾਉਂਦੀ ਰਹੀ ਹਾਂ ਕਾਲਜ ਦੇ ਵਿੱਚ, ਤੇ ਕੁੜੀਆਂ 'ਚ ਬਹੁਤ ਤਬਦੀਲੀ ਹੈ ਅੱਜ ਕੱਲ੍ਹ। ਮੈਂ ਤੇ ਸੁਚੇਤ ਤੌਰ 'ਤੇ ਕਹਿ ਲਓ ਜਾਂ ਕੰਮ ਕਰਨ ਲਈ ਇਸ ਸੰਸਥਾ ਨੂੰ ਰੱਦਿਆ, ਤੇ ਹੁਣ ਵੱਡੇ ਸ਼ਹਿਰਾਂ 'ਚ ਕੁੜੀਆਂ ਵਿਆਹ ਦੀ ਸੰਸਥਾ ਤੋਂ ਮੂੰਹ ਮੋੜ ਰਹੀਆਂ ਨੇ, ਕਿਉਂਕਿ ਆਦਮੀ ਜੇ ਨਹੀਂ ਬਦਲ ਰਿਹਾ, ਜੇ ਉਹ ਨਹੀਂ ਬਦਲ ਰਿਹਾ, ਜੇ ਉਹ ਨਹੀਂ ਸੋਚ ਰਿਹਾ ਕਿ ਔਰਤ ਨੂੰ ਬਰਾਬਰ ਸਮਝਣਾ ਹੈ, ਜੇ ਉਹ ਬਰਾਬਰ ਕਮਾ ਰਹੀ ਹੈ, ਉਹਨੇ ਵੀ ਬਰਾਬਰ ਸੰਘਰਸ਼ ਕੀਤਾ ਹੈ, ਤੇ ਜੇ ਉਹ ਇਸ ਚੀਜ਼ ਨੂੰ ਨਹੀਂ ਸਮਝਦਾ, ਤੇ ਕੁੜੀਆਂ ਨੇ ਫਿਰ ਹੁਣ ਇਹ ਤਰੀਕਾ ਲੱਭਿਆ ਕਿ ਉਹ ਵਿਆਹ ਦੀ ਸੰਸਥਾ ਤੋਂ। ਸੋ ਵੱਡੇ ਸ਼ਹਿਰਾਂ 'ਚ ਕੁੜੀਆਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀਆਂ ਅੱਜ ਕੱਲ੍ਹ, ਤੇ ਉਹ ਸਾਈਟਸ ਐਸੀਆਂ ਬਣ ਗਈਆਂ ਜਿਨ੍ਹਾਂ ਦੇ ਉੱਤੇ ਜਾ ਕੇ ਕੁੜੀਆਂ ਦੋਸਤੀਆਂ ਕਰਦੀਆਂ ਨੇ, ਆਪਣੀ ਜ਼ਿੰਦਗੀ ਦੀਆਂ ਜੋ ਜ਼ਰੂਰਤਾਂ ਨੇ ਉਹ ਪੂਰੀਆਂ ਕਰਦੀਆਂ ਨੇ, ਤੇ ਕਹਿੰਦੇ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੀਆਂ ਜੀ। ਸੋ ਬਹੁਤ ਤਬਦੀਲੀ ਤੇ ਬਹੁਤ ਹੈ ਜੀ। ਜਦੋਂ ਤੁਸੀਂ ਪ੍ਰੋਫੈਸਰ ਸੀਗੇ, ਪੜ੍ਹਾ ਰਹੇ ਸੀਗੇ, ਉਦੋਂ ਤੁਹਾਡੇ ਵਿਦਿਆਰਥੀਆਂ ਨੇ ਵੀ ਕੁਝ ਇਹੋ ਜਿਹੇ ਸਵਾਲ ਕੀਤੇ ਆ ਤੁਹਾਡੇ, ਜਾਂ ਉਹਨਾਂ ਨੇ ਤੁਹਾਨੂੰ ਖੁਰਚਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਸੰਵਾਦ ਰਚਦੇ ਰਹੇ ਆ, ਜਾਂ ਤੁਸੀਂ ਮਤਲਬ ਉਹਨਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਹੈ? ਮੈਂ ਅਸਲ 'ਚ ਪਰਸਨਲ ਨਹੀਂ ਕਦੀ ਹੁੰਦੀ ਸੀ ਸਟੂਡੈਂਟਸ ਨਾਲ। ਮੈਂ ਉਹਨਾਂ ਨੂੰ ਵੈਸੇ ਵਿਦਿਆਰਥੀ ਆ ਕੇ ਮੇਰੇ ਨਾਲ, ਉਹਨਾਂ ਨੂੰ ਹਮੇਸ਼ਾ ਖੁੱਲ੍ਹਾ ਸੱਦਾ ਹੁੰਦਾ ਸੀ ਕਿ ਵੀ ਤੁਹਾਡੀ ਕੋਈ ਸਮੱਸਿਆ ਹੈ ਤੇ ਮੇਰੇ ਨਾਲ ਆ ਕੇ ਗੱਲ ਕਰੋ।
ਤੇ ਕਰਦੇ ਵੀ ਸੀ ਆ ਕੇ। ਜੀ ਕੁੜੀਆਂ ਖਾਸ ਤੌਰ ਤੇ ਮੈਨੂੰ ਉਹਨਾਂ ਨੇ ਕਦੀ ਸਵਾਲ ਨਹੀਂ ਸੀ ਕੀਤਾ, ਪਰ ਮੇਰੀ ਜ਼ਿੰਦਗੀ ਬਾਰੇ ਉਹਨਾਂ ਨੂੰ ਇੰਨਾ ਕੁ ਪਤਾ ਸੀ ਕਿ ਮੈਡਮ ਇਕੱਲੇ ਰਹਿੰਦੇ ਨੇ, ਤੇ ਕੁੜੀਆਂ ਪ੍ਰੇਰਨਾ ਲੈਂਦੀਆਂ ਸੀ। ਬਾਅਦ ਵਿੱਚ ਆ ਕੇ ਵੀ ਮੈਨੂੰ ਪੜ੍ਹ ਕੇ ਚਲੀਆਂ ਕੁੜੀਆਂ, ਮਤਲਬ ਮੇਰੀ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਹੈ, ਜਾਂ ਮੈਂ ਜਿਹਨੂੰ ਕਹਿ ਸਕਦੀ ਹਾਂ ਕਿ ਜਿਹੜਾ ਸਭ ਤੋਂ ਵੱਡਾ ਸਨਮਾਨ ਮੈਨੂੰ ਮਿਲਿਆ ਹੈ, ਜਦੋਂ ਮੈਨੂੰ ਕੁੜੀਆਂ ਆ ਕੇ ਕਹਿੰਦੀਆਂ ਨੇ, ਚਾਹੇ ਉਹ ਮੇਰੀਆਂ ਵਿਦਿਆਰਥੀ ਨੇ, ਚਾਹੇ ਉਹ ਕੋਈ ਹੋਰ ਨਵਾਂ ਲਿਖਣ ਵਾਲੀਆਂ ਕੁੜੀਆਂ ਨੇ, ਜਦੋਂ ਮੈਨੂੰ ਆ ਕੇ ਕਹਿੰਦੀਆਂ ਨੇ ਕਿ ਵੀ ਮੇਰੀ ਜ਼ਿੰਦਗੀ 'ਚ ਜਦੋਂ ਕੋਈ ਸਮੱਸਿਆ ਆਈ ਤੇ ਮੈਂ ਸੋਚਿਆ ਵੀ ਜੇ ਮੈਡਮ ਪਾਲ ਕੌਰ ਇਕੱਲੇ ਰਹਿ ਸਕਦੇ ਆ ਤੇ ਮੈਂ ਕਿਉਂ ਨਹੀਂ ਰਹਿ ਸਕਦੀ। ਤਾਂ ਇਹ ਮੈਨੂੰ ਲੱਗਦਾ ਕਿ ਇਹ ਮੇਰੀ ਜਿਹੜੀ ਯਾਤਰਾ ਸੀ ਉਹਦਾ ਸਭ ਤੋਂ ਵੱਡਾ ਇਨਾਮ ਹੈ ਜੀ। ਮਤਲਬ ਤੁਹਾਡੀ ਲੜਾਈ ਜਿਹੜੀ ਹੈਗੀ ਆ ਉਹ ਮਰਦ ਨੂੰ ਸਹੀ ਰਸਤੇ ਤੇ ਲਿਆਉਣ ਵਾਲੀ ਗੱਲ ਹੈ ਵੀ ਜਾਂ ਨਾਰੀ ਦੀ ਹੋਂਦ ਜਿਹੜੀ ਆ ਉਹ ਜਿਤਾਵੇ ਕਿ ਮਤਲਬ ਨਾਰੀ ਦੀ ਵੀ ਕੋਈ ਹੋਂਦ ਹੈ, ਇਹੀ ਹੈ। ਤੇ ਇਹਦੇ ਲਈ ਵਿਆਹ ਵਰਗੀ ਜਿਹੜੀ ਸੰਸਥਾ ਹੈ ਉਹਨੂੰ ਬਚਾਉਣ ਲਈ ਮਤਲਬ ਇਹ ਸਾਨੂੰ ਜਿਹੜੇ ਮਰਦ ਹੈਗੇ ਆ ਇਹਨਾਂ ਨੂੰ ਆਪਣੀ ਸੋਚ ਬਦਲਣੀ ਪਊਗੀ। ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਸੰਘਰਸ਼ ਹੈ ਉਸ ਵੱਲ ਸੀ ਕਿ ਸੋਚ ਬਦਲੀ ਜਾਵੇ, ਨਾ ਕਿ ਸੰਸਥਾ ਖਤਮ ਕੀਤੀ ਜਾਵੇ। ਹਾਂ ਬਿਲਕੁਲ, ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਉਹ ਪਿੱਛੇ ਜੇ ਇੱਕ ਕੋਈ ਰੂਬਰੂ ਹੋ ਰਿਹਾ ਸੀ ਤੇ ਕਿਸੇ ਨੇ ਸਵਾਲ ਕੀਤਾ ਵੀ ਅੱਛਾ ਤੁਸੀਂ ਵੀ ਫਿਰ ਸਾਡੇ ਲਈ ਸਾਨੂੰ ਬਘਿਆੜ ਹੀ ਕਹਿਣਾ ਨਾ, ਭੁੱਖਾ ਭੇੜੀਆ ਹੀ ਕਹਿਣਾ। ਉਹ ਮਨਜੀਤ ਨੂੰ ਛੱਡਦੇ ਨਹੀਂ ਉਸ ਗੱਲ ਲਈ। ਤਾਂ ਮੈਨੂੰ ਫਿਰ ਗੁੱਸਾ ਆਉਂਦਾ ਹੈ ਇਹੋ ਜਿਹੀ ਗੱਲ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਗੁਲਾਬ ਦਾ ਫੁੱਲ ਬਣ ਜਾਓ, ਅਸੀਂ ਤੁਹਾਨੂੰ ਗੁਲਾਬ ਦਾ ਫੁੱਲ ਲਿਖਣਾ ਸ਼ੁਰੂ ਕਰ ਦਾਂਗੇ ਵੀ ਜੋ ਬਣ ਕੇ ਤੁਸੀਂ ਪੇਸ਼ ਹੋਵੋਗੇ ਅਸੀਂ ਉਹੀ ਲਿਖਾਂਗੇ। ਤੇ ਇਸ ਕਰਕੇ ਮੇਰਾ ਇਹੀ ਹੈ ਕਿ ਆਦਮੀ ਜਿਹੜਾ ਹੈ ਉਹ ਔਰਤ ਨੂੰ ਆਪਣੀ ਬਰਾਬਰ ਦੀ ਦੋਸਤ ਕੰਪੈਨੀਅਨ ਜੇ ਨਹੀਂ ਸਮਝਦਾ ਤੇ ਫਿਰ ਆਉਣ ਵਾਲੇ ਸਮਿਆਂ 'ਚ ਇਹ ਜਿਹੜੀ ਬਗਾਵਤ ਹੈ ਇਸ ਸੰਸਥਾ ਤੋਂ ਜ਼ਿਆਦਾ ਹੋਏਗੀ। ਵੈਸੇ ਤਾਂ ਸਮਾਜ ਦਾ ਸੰਤੁਲਨ ਤੇ ਇਸੇ 'ਚ ਹੀ ਹੈ ਕਿ ਦੋਨੋਂ ਜਿਹੜੇ ਨੇ ਇੱਕ ਦੂਜੇ ਨੂੰ ਸਮਝਣ, ਇੱਕ ਦੂਜੇ ਦੀ ਹੋਂਦ ਨੂੰ ਸਵੀਕਾਰ ਕਰਨ, ਇੱਕ ਦੂਜੇ ਦੀ ਖੁਸ਼ੀ, ਇੱਕ ਦੂਜੇ ਦਾ ਦੁੱਖ, ਇੱਕ ਦੂਜੇ ਦੀਆਂ ਕਮੀਆਂ ਉਹਨੂੰ ਵੀ ਸਵੀਕਾਰ ਕਰਨ, ਕਿਉਂਕਿ ਪਰਫੈਕਟ ਕੋਈ ਵੀ ਮਨੁੱਖ ਨਹੀਂ ਹੈ। ਤੇ ਜੇ ਅਸੀਂ ਇੱਕ ਦੂਜੇ ਦੀਆਂ ਕਮੀਆਂ ਵੀ ਸਵੀਕਾਰ ਕਰਕੇ ਚੱਲਦੇ ਹਾਂ ਵੀ ਹਾਂ ਨੇਚਰ ਦੇ ਤੌਰ 'ਤੇ ਇਹਦੇ 'ਚ ਇਹ ਕਮੀ ਹੈ, ਤੇ ਫਿਰ ਤਾਂ ਹੀ ਉਹ ਸੰਤੁਲਨ ਤਾਂ ਬਣ ਸਕਦਾ ਜੀ। ਡਾਕਟਰ ਸਾਹਿਬ ਜਿਹੜੀ ਤੁਹਾਡੀ ਨਵੀਂ ਕਿਤਾਬ ਆ ਰਹੀ ਹੈ ਵੀ ਕਿਉਂ ਨਾ ਇੱਕ ਕਵਿਤਾ ਉਹਦੇ ਵਿੱਚੋਂ ਹੋ ਜਾਵੇ। ਜ਼ਰੂਰ ਜੀ ਜ਼ਰੂਰ। ਇਹ ਜੋ ਅੱਜ ਕੱਲ੍ਹ ਨਵਾਂ ਕਾਨੂੰਨ ਆਇਆ ਜੀ ਕਿ ਸਾਨੂੰ ਸਭ ਨੂੰ ਆਪਣੀ ਨਾਗਰਿਕਤਾ ਸਾਬਤ ਕਰਨੀ ਪਊਗੀ, ਉਹਦੇ ਉੱਤੇ ਕਵਿਤਾ ਹੈ ਸਬੂਤ ਜੀ। ਅੱਛਾ, ਕਿ ਸਾਬਤ ਤਾਂ ਮੇਰੇ ਪੁਰਖਿਆਂ ਨੇ ਹੀ ਕਰ ਦਿੱਤਾ ਸੀ, ਆ ਗਏ ਸਨ ਜਦ ਆਪਣੀ ਜਨਮ ਭੂਮੀ ਨੂੰ ਪਿੱਠ ਦੇ ਕੇ ਜੀ, ਤੇ ਉੱਗਣ ਲੱਗੇ ਸਨ ਇਸ ਜ਼ਮੀਨ ਤੇ, ਸੋਚਿਆ ਹੋਵੇਗਾ ਸ਼ਾਇਦ ਇੱਥੇ ਹੀ ਨੇ ਉਹਨਾਂ ਦੇ ਆਪਣੇ ਲੋਕ ਜੀ। ਵਾਹ। ਜ਼ਹਿਰ ਦੀਆਂ ਫਸਲਾਂ ਲਹਿਲਾ ਰਹੀਆਂ ਸਨ, ਗੱਡੀਆਂ ਭਰ ਲਾਸ਼ਾਂ ਦੀਆਂ ਆ ਜਾ ਰਹੀਆਂ ਸਨ, ਤੇ ਜੋ ਨਹੀਂ ਸਨ ਗਏ ਆਪਣੀ ਜਨਮ ਭੂਮੀ ਛੱਡ ਕੇ, ਸਾਬਤ ਉਹਨਾਂ ਨੇ ਵੀ ਕਰ ਦਿੱਤਾ ਸੀ। ਪਰ ਤੁਸੀਂ ਭੁੱਲਣ ਕਿੱਥੇ ਦਿੰਦੇ ਹੋ ਕਿ ਤੁਹਾਡੇ ਮਜ਼ਹਬ ਵੱਡੇ ਨੇ ਮਿੱਟੀ ਤੋਂ। ਪਰ ਤੁਸੀਂ ਭੁੱਲਣ ਕਿੱਥੇ ਦਿੰਦੇ ਹੋ ਕਿ ਤੁਹਾਡੇ ਮਜ਼ਹਬ ਵੱਡੇ ਨੇ ਮਿੱਟੀ ਤੋਂ। 84 ਤੇ 2002 ਜਿਹੇ ਪਹਾੜ ਵੀ ਜਰ ਲਏ ਅਸੀਂ ਸੀਨਿਆਂ ਤੇ ਜੀ। 84 ਤੇ 2002 ਜਿਹੇ ਪਹਾੜ ਵੀ ਜਰ ਲਏ ਅਸੀਂ ਸੀਨਿਆਂ ਤੇ ਫਿਰ ਵੀ ਲਿਖੇ ਜਾਂਦੇ ਰਹੇ ਅਸੀਂ ਤੁਹਾਡੇ ਰਜਿਸਟਰਾਂ ਵਿੱਚ। ਸ਼ਰਨਾਰਥੀਆਂ ਦੀ ਸ਼ਨਾਖਤ ਜਿਉਂਦੇ ਪੁਰਖੇ, ਸ਼ਰਨਾਰਥੀਆਂ ਦੀ ਸ਼ਨਾਖਤ ਜਿਉਂਦੇ ਪੁਰਖੇ ਨਹੀਂ ਜਾਣਦੇ ਸਨ ਕਿ 2 ਪੀੜ੍ਹੀਆਂ ਮਗਰੋਂ ਉਹਨਾਂ ਦੇ ਵਾਰਸ ਹੋ ਜਾਣਗੇ ਫਿਰ ਸਵਾਲੀਆ ਨਿਸ਼ਾਨ। ਐਨੇ ਸਬੂਤ ਤਾਂ ਉਹਨਾਂ ਵੀ ਨਹੀਂ ਸਨ ਦਿੱਤੇ ਤੇ ਮਿਲ ਗਏ ਸਨ ਉਹਨਾਂ ਨੂੰ ਘਰ-ਬਾਰ ਜ਼ਮੀਨ ਮਕਾਨ। ਕਿ ਐਨੇ ਸਬੂਤ ਤਾਂ ਉਹਨਾਂ ਵੀ ਨਹੀਂ ਸਨ ਦਿੱਤੇ ਤੇ ਮਿਲ ਗਏ ਸਨ ਘਰ-ਬਾਰ ਜ਼ਮੀਨ ਮਕਾਨ। ਛੱਜ ਦੇ ਛਟਿਓ
ਈਰਾਨੀਓ ਫਰਾਸਤਾਨੀਓ, ਛੱਜ ਦੇ ਛਟਿਓ ਈਰਾਨੀਓ ਫਰਾਸਤਾਨੀਓ, ਤੁਹਾਡੀ ਹੈ ਛਟਣ ਛਾਨਣ ਪੁਣਨ ਤੇ ਚੁਣਨ ਦੀ ਨੀਤੀ। ਕਿ ਤੁਹਾਡੀ ਹੈ ਛਟਣ ਛਾਨਣ ਪੁਣਨ ਤੇ ਚੁਣਨ ਦੀ ਨੀਤੀ, ਅਸੀਂ ਹੁਣ ਤੁਹਾਡੀ ਤਕੜੀ ਤੁਲਨ ਤੋਂ ਇਨਕਾਰ ਕਰਦੇ ਹਾਂ। ਵਾਹ। ਕਿ ਅਸੀਂ ਹੁਣ ਤੁਹਾਡੀ ਤਕੜੀ ਤੁਲਨ ਤੋਂ ਇਨਕਾਰ ਕਰਦੇ ਹਾਂ, ਨਾ ਵਿਖਾਓ ਸਾਨੂੰ ਅਸਾਮ 'ਚ ਚੱਲਦੇ ਆਪਣੇ ਨਾਜ਼ੀ ਕੈਂਪ। ਜੀ। ਤੁਹਾਡੀ ਹਰ ਹੰਕਾਰ ਨੂੰ ਟੱਕਰਨ ਦਾ ਅਸੀਂ ਇਕਰਾਰ ਕਰਦੇ ਹਾਂ। ਵਾਹ। ਮਾਰ ਮਾਰ ਖੁਰ ਜੋ ਉਡਾ ਰਹੇ ਹੋ ਮਿੱਟੀ, ਮਾਰ ਮਾਰ ਖੁਰ ਜੋ ਉਡਾ ਰਹੇ ਹੋ ਮਿੱਟੀ, ਤੁਹਾਡੀਆਂ ਅੱਖਾਂ ਤੁਹਾਡੇ ਸਿਰਾਂ ਨੂੰ ਉਹੀ ਹੁਣ ਸਾਡਾ ਪਤਾ ਦੇਵੇ। ਵਾਹ। ਕਿ ਤੁਹਾਡੀਆਂ ਅੱਖਾਂ ਤੁਹਾਡੇ ਸਿਰਾਂ ਨੂੰ ਉਹੀ ਹੁਣ ਸਾਡਾ ਪਤਾ ਦੇਵੇ। ਬਹੁਤ ਵਧੀਆ ਜੀ, ਬਹੁਤ ਵਧੀਆ। ਕਿਆ ਬਾਤ। ਡਾਕਟਰ ਭਾਰਗਵ ਜੀ, ਤੁਸੀਂ ਸ਼ੁਰੂ ਤੋਂ ਖਲਾਵਾਸੀ ਤੋਂ ਲੈ ਕੇ ਅੱਜ ਤੱਕ ਕਵਿਤਾਵਾਂ ਦੀਆਂ 7 ਕਿਤਾਬਾਂ ਦੇ ਚੁੱਕੇ ਹੋ, ਔਰ ਤੁਹਾਡੀ ਕਵਿਤਾ ਨੂੰ ਇੱਕ ਵਿਸ਼ੇਸ਼ ਥਾਂ ਤੇ ਰੱਖ ਕੇ ਦੇਖਿਆ ਜਾਂਦਾ ਹੈ। ਸੋ ਤੁਹਾਡੀ ਹੁਣ ਜਿਹੜੀ ਹੈਗੀ ਆ ਅਗਲੀ ਕੋਈ ਕਵਿਤਾ ਦੀ ਕਿਤਾਬ ਹੈ ਉਹ ਆ ਰਹੀ, ਉਹਦੇ ਵਿੱਚ ਮੈਂ ਇਹ ਚਾਹਾਂਗਾ ਕਿ ਬਹੁਤ ਮੈਚਿਓਰ ਹੋ ਗਏ ਹੋ, ਸੋਚ ਬਹੁਤ ਮੈਚਿਓਰ ਹੋ ਗਈ ਹੈ ਜੀ, ਉਮਰ ਦੇ ਉਸ ਪੜਾਅ ਤੇ ਆ ਜਿੱਥੇ ਸਾਰਾ ਕੁਝ ਦੇਖ ਲਿਆ, ਤੇ ਇਸ ਦੇ ਵਿੱਚ ਕਿਹੋ ਜਿਹਾ ਰੰਗ ਲੈ ਕੇ ਆ ਰਹੇ ਹੋ, ਇਸ ਬਾਰੇ ਦੱਸੋ। ਇਹਦੇ ਵਿੱਚ ਨਾ ਜਿਵੇਂ ਮੈਂ ਸੋਚਿਆ ਸੀਗਾ ਕਿ ਵੀ ਮੇਰੀ ਕਵਿਤਾ ਹੁਣ ਇਹ ਬੜੇ ਗੈਪ ਤੋਂ ਬਾਅਦ ਆ ਰਹੀ ਹੈ ਜੀ, ਤਕਰੀਬਨ 10 ਸਾਲ ਬਾਅਦ ਮੇਰੀ ਕਿਤਾਬ ਆ ਰਹੀ ਹੈ ਜੀ। ਮੈਨੂੰ ਲੱਗਦਾ ਇਹ ਸੀ ਕਿ ਵੀ ਮੇਰੀਆਂ ਇਹ ਕਵਿਤਾਵਾਂ ਬੜੀਆਂ ਫਿਲੋਸਫੀਕਲ ਆਉਣਗੀਆਂ ਜੀ, ਕਿਉਂਕਿ ਦਾਰਸ਼ਨਿਕ ਕਵਿਤਾ ਦਾ ਜਿਹੜਾ ਛੋਹਾਂ ਨੇ ਉਹ ਪਹਿਲਾਂ ਵੀ ਨੇ ਮੇਰੀ ਕਵਿਤਾ 'ਚ ਜੀ, ਤੇ ਇਸ ਉਮਰ 'ਚ ਆ ਕੇ ਆਉਣੀਆਂ ਤੇ ਹੀ ਚਾਹੀਦੀਆਂ ਸੀ, ਪਰ ਇਸ ਤਰ੍ਹਾਂ ਦੀਆਂ ਘੱਟ ਆਈਆਂ ਨੇ। ਹੁਣ ਮੇਰੀ ਕਿਤਾਬ ਜਿਹੜੀ ਹੈ ਤਿਆਰ ਹੈ ਜੀ, ਪ੍ਰੈਸ 'ਚ ਹੈ, ਆਉਣ ਵਾਲੀ ਹੈ ਕਿਤਾਬ ਜੀ। ਤੇ ਮਤਲਬ ਮੇਰੀ ਸੋਚ ਤੋਂ ਉਲਟ ਹੈ ਉਹ ਕਿਤਾਬ। ਅੱਛਾ ਜੀ। ਕਿਉਂਕਿ ਇੱਕ ਤੇ ਉਹਦੇ ਵਿੱਚ ਮੈਂ ਕੁੜੀਆਂ ਬਾਰੇ ਲਿਖੀਆਂ ਕਵਿਤਾਵਾਂ ਲਿਖੀਆਂ, ਮਤਲਬ ਆਪਣੀ ਗੱਲ ਮੇਰੀ ਹੋ ਗਈ ਜੀ। ਫਿਰ ਹੁਣ ਮੈਂ ਕੁੜੀਆਂ ਨੂੰ ਜੋ ਮਹਿਸੂਸ ਕਰਦੀ ਹਾਂ, ਔਰਤ ਨੂੰ ਸੰਘਰਸ਼ ਕਰਦੇ ਹਾਂ ਜੋ ਮਹਿਸੂਸ ਕਰਦੀ ਹਾਂ, ਇੱਕ ਤੇ ਉਹ ਨੇ ਕਵਿਤਾਵਾਂ ਜੀ। ਤੇ ਇਸ ਕਰਕੇ ਮੇਰੀ ਕਿਤਾਬ ਦਾ ਨਾਮ ਵੀ ਹੈ ਹੁਣ ਨਹੀਂ ਮਰਦੀ ਨਿਰਮਲਾ। ਅੱਛਾ ਜੀ। ਨਿਰਮਲਾ ਮੇਰੇ ਘਰ ਮੇਰੀ ਜੋ ਮਦਦ ਕਰਦੀ ਹੈ ਘਰ ਦੇ ਕੰਮ 'ਚ ਜੀ, ਉਹਦਾ ਨਾਮ ਹੈ ਜੀ। ਤੇ ਮੈਂ ਉਹ ਆਪਣੇ ਜੀਵਨ 'ਚ ਸੰਘਰਸ਼ ਕਰ ਰਹੀ ਹੈ, ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹੈ ਤੇ ਆਪਣੀ ਇੱਕ ਜਿਹੜੀ ਹੋਂਦ ਹੈ ਉਹਨੂੰ ਜਿਤਾ ਰਹੀ ਹੈ। ਤੇ ਸੋ ਉਹਦੇ ਉੱਤੇ ਕਵਿਤਾ ਹੈ ਹੁਣ ਨਹੀਂ ਮਰਦੀ ਨਿਰਮਲਾ ਜੀ। ਸੋ ਇੱਕ ਤਾਂ ਇੱਦਾਂ ਦੀਆਂ ਕਵਿਤਾਵਾਂ ਨੇ, ਦੂਸਰਾ ਪਿਛਲੇ 5-7 ਸਾਲਾਂ ਤੋਂ ਜੋ ਦੇਸ਼ ਦੇ ਹਾਲਾਤ ਨੇ ਜੀ, ਜੋ ਦੇਸ਼ ਦੇ ਹਾਲਾਤ ਬਹੁਤ ਨਿਗਾਰ ਵੱਲ ਜਾ ਰਹੇ ਨੇ, ਸੰਪਰਦਾਇਕਤਾ ਦਾ ਜ਼ਹਿਰ ਬਹੁਤ ਭਰਿਆ ਗਿਆ ਲੋਕਾਂ ਦੇ ਅੰਦਰ ਜੀ, ਔਰ ਇੱਕ ਪਾਰਟੀ ਜਿਹੜੀ ਹੈ ਆਪਣੇ ਏਜੰਡੇ ਨੂੰ ਲੈ ਕੇ ਦੇਸ਼ 'ਤੇ ਥੋਪਣਾ ਚਾਹੁੰਦੀ ਹੈ, ਤਾਂ ਉਸ ਤੇ ਉਹ ਵਿੱਚ ਮੇਰੀਆਂ ਬਹੁਤੀਆਂ ਕਵਿਤਾਵਾਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ ਮੇਰੇ ਤੋਂ ਜੀ। ਤੇ ਕਾਫੀ ਕਵਿਤਾਵਾਂ ਇਹਦੇ ਵਿੱਚ ਮੇਰੀਆਂ ਰਾਜਨੀਤਿਕ ਹਾਲਾਤ ਨੇ ਜਿਹੜੇ ਸਾਡੇ ਦੇਸ਼ ਦੇ ਉਹਨਾਂ ਉੱਤੇ ਲਿਖੀਆਂ ਗਈਆਂ ਨੇ, ਉਹ ਆ ਰਹੀ ਹੈ ਹੁਣ ਜਿਹੜੀ ਮੇਰੀ ਕਿਤਾਬ। ਚਲੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਅਸੀਂ ਚਾਹੁੰਦੇ ਹਾਂ ਕਿ ਐਵੇਂ ਤੁਸੀਂ ਕਵਿਤਾ ਲਿਖਦੇ ਰਹੋ ਔਰ ਸਾਨੂੰ ਕਵਿਤਾਵਾਂ ਪੜ੍ਹਨ ਲਈ ਦਿੰਦੇ ਰਹੋ ਔਰ ਸੁਚੇਤ ਕਰਦੇ ਰਹੋ ਸਮਾਜ ਪ੍ਰਤੀ, ਔਰਤਾਂ ਪ੍ਰਤੀ। ਜ਼ਰੂਰ। ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ। Subscribe now and press the bell icon. Never miss an update.